ਭੈਣ ਜੀ ਜਦੋਂ ਤੁਸੀਂ ਦੁਬਈ ਦੇ ਵਿੱਚ ਗਏ ਹੋ ਕਦੇ ਸੋਚਿਆ ਸੀ ਕਿ ਤੁਹਾਨੂੰ ਉੱਥੇ ਦੇਹ ਵਪਾਰ ਦੇ ਧੰਦੇ ਦੇ ਵੱਲ ਇਸ ਤਰੀਕੇ ਨਾਲ ਧੱਕਿਆ ਜਾਊਗਾ? ਜੀ ਨਹੀਂ। ਤੁਸੀਂ ਕੁੱਲ ਕਿੰਨਾ ਖਰਚਾ ਕਰਕੇ ਤੇ ਦੁਬਈ ਗਏ ਸੀ? 50,000। ਤੇ ਤੁਸੀਂ ਜਦੋਂ ਉੱਥੇ ਫਸ ਗਏ ਬੜੇ ਬੁਰੇ ਤਰੀਕੇ ਦੇ ਨਾਲ, ਤੁਹਾਨੂੰ ਕਿਹਾ ਗਿਆ ਵੀ ਸਮਝੌਤਾ ਕਰੋ, ਤੁਸੀਂ ਆਹ ਕਰੋ, ਤੁਸੀਂ ਉਹ ਕਰੋ, ਫਿਰ ਤੁਹਾਡੀ ਮਦਦ ਕਿਹਨੇ ਕੀਤੀ, ਤੁਹਾਡੀ ਬਾਹ ਕਿਹਨੇ ਫੜੀ ਤੁਹਾਨੂੰ ਵਾਪਸ ਭਾਰਤ ਦੇ ਵਿੱਚ ਭੇਜਣ ਦੇ ਲਈ? ਜਿੱਥੇ ਤੁਸੀਂ ਫਸੇ ਸੀ ਉੱਥੇ ਤੁਹਾਡੇ ਤੋਂ ਇਲਾਵਾ ਹੋਰ ਕੁੱਲ ਕਿੰਨੀਆਂ ਕੁੜੀਆਂ ਫਸੀਆਂ ਹੋਈਆਂ ਸੀ? ਲਗਭਗ 20 ਕੁੜੀਆਂ ਹੋਰ ਸੀ ਸਾਡੇ। ਪੰਜਾਬਣ ਕੁੜੀਆਂ ਉੱਥੇ ਕਿੰਨੀਆਂ ਕੁ ਸੀ ਜਿਹੜੀ ਥਾਂ ਦੇ ਉੱਤੇ ਤੁਹਾਨੂੰ ਮਜਬੂਰ ਕੀਤਾ ਜਾਂਦਾ ਸੀ? ਤੁਸੀਂ ਦੇਖਿਆ ਵੀ ਉਹਨਾਂ ਕੁੜੀਆਂ ਦੇ ਉੱਤੇ ਕੋਈ ਅਤਿਆਚਾਰ ਵੀ ਹੁੰਦਾ ਹੋਵੇ? ਹਾਂਜੀ। ਤੁਹਾਡੇ ਨਾਲ ਵੀ ਕਦੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਵੀ ਸਾਡੇ ਨਾਲ ਸਮਝੌਤਾ ਕਰੋ? ਤੁਹਾਨੂੰ ਦੁਬਈ ਦੇ ਵਿੱਚ ਬੁਲਾਉਣ ਵਾਲਾ ਕੌਣ ਸੀ? ਮਾਮਾ ਜੀ ਦੀ ਕੁੜੀ। ਸਾਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਸਾਡੇ ਕਹੇ ਮੁਤਾਬਕ ਉਧਰ ਜਾਓ, ਉਧਰ ਰਾਤ ਕੱਟੋ, ਉਹਦੇ ਨਾਲ ਰਹੋ, ਉਹਦੇ ਨਾਲ ਰਹੋ। ਜੀ, ਉਹ ਸਾਨੂੰ ਮਤਲਬ ਕਿ ਇਹੀ ਕਹਿ ਰਹੇ ਸੀ ਕਿ ਤੁਹਾਨੂੰ ਤਾਂ ਇੱਥੇ ਵੇਚਿਆ ਗਿਆ ਆ, ਤੁਹਾਡਾ ਏਜੰਟ ਇੱਥੋਂ ਪੈਸੇ ਲੈ ਕੇ ਗਿਆ, ਤੁਹਾਨੂੰ ਜੋ ਵੀ ਅਸੀਂ ਕੰਮ ਕਰਵਾ ਰਹੇ ਤੁਹਾਨੂੰ ਕਰਨਾ ਹੀ ਪੈਣਾ। ਤੁਹਾਨੂੰ ਦੋਵਾਂ ਜਣੀਆਂ ਨੂੰ ਕਿੰਨੇ ਪੈਸਿਆਂ ਦੇ ਵਿੱਚ ਵੇਚਿਆ ਗਿਆ ਸੀ? 2 ਲੱਖ। ਤੇ ਉਹ 2 ਲੱਖ ਰੁਪਈਆ ਕਿਹਨੇ ਵਸੂਲ ਕੀਤਾ? ਏਜੰਟ ਨੇ। ਕੀ ਤੁਹਾਨੂੰ ਤੁਸੀਂ ਜਦੋਂ ਉੱਥੋਂ ਬਾਹਰ ਨਿਕਲੇ ਤੇ ਉਸ ਤੋਂ ਬਾਅਦ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ, ਪੁਲਿਸ ਵਾਲਿਆਂ ਦੇ ਨਾਲ, ਕਿਸੇ ਸਰਕਾਰੀ ਬੰਦੇ ਦੇ ਨਾਲ ਤੁਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ। ਜਿਹੜੀ ਥਾਂ ਦੇ ਉੱਤੇ ਤੁਹਾਨੂੰ ਰੱਖਿਆ ਗਿਆ ਜਾਂ ਤਾੜਿਆ ਗਿਆ, ਉੱਥੇ ਜਿੰਨੀਆਂ ਵੀ ਕੁੜੀਆਂ ਸੀ, ਭਾਵੇਂ ਉਹ ਪੰਜਾਬ ਦੀਆਂ ਸੀ, ਭਾਵੇਂ ਇੰਡੋਨੇਸ਼ੀਆ ਦੀਆਂ, ਸਾਰੀਆਂ ਨੂੰ ਹੀ ਦੇਹ ਵਪਾਰ ਦੇ ਵਿੱਚ ਧੱਕਿਆ ਗਿਆ ਸੀ? ਜੀ। ਤੁਸੀਂ ਜਦੋਂ ਹੁਣ ਪੰਜਾਬ ਦੇ ਵਿੱਚ ਵਾਪਸ ਆ ਗਈਆਂ ਹਾਂਜੀ। ਤਾਂ ਜੇਕਰ ਜ਼ਿੰਦਗੀ ਦੇ ਵਿੱਚ ਮੌਕਾ ਮਿਲੇ ਦੁਬਾਰਾ ਕਿਤੇ ਜਾਣ ਦਾ, ਵਿਦੇਸ਼ ਦੇ ਵੱਲ ਜਾਓਗੇ? ਜੀ ਨਹੀਂ। ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚਾਹ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਵਧੀਆ, ਚੜ੍ਹਦੀ ਕਲਾ। ਅੱਜ ਅਸੀਂ ਇੱਕ ਬਹੁਤ ਸੰਜੀਦਾ ਤੇ ਖਾਸ ਮੁੱਦਾ ਲੈ ਕੇ ਹਾਜ਼ਰ ਜੀ। ਹੋਏ ਹਾਂ ਤੇ ਅੱਜ ਵਾਲਾ ਮੁੱਦਾ ਪਹਿਲੀਆਂ ਸਾਰੀਆਂ ਕਿਸ਼ਤਾਂ ਨਾਲੋਂ ਬਿਲਕੁਲ ਵੱਖਰਾ ਤੇ ਅੱਡ ਹੈ ਜੀ। ਅਸੀਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਹੈ ਉਹ ਤੁਹਾਡੀ ਗਾਇਕਾਂ ਦੇ ਨਾਲ, ਕਲਾਕਾਰਾਂ ਦੇ ਨਾਲ ਜਾਂ ਹੋਰ ਕਲਾ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਮੁਲਾਕਾਤ ਤੁਹਾਡੀ ਕਰਵਾਉਂਦੇ ਰਹਿੰਦੇ ਆ। ਪਰ ਅੱਜ ਜਿਨ੍ਹਾਂ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਉਹਨਾਂ ਦੀ ਪਛਾਣ ਕੋਈ ਨਹੀਂ ਹੈ, ਪਰ ਜੋ ਕੁਝ ਉਹਨਾਂ ਦੇ ਨਾਲ ਵਾਪਰਿਆ ਉਹ ਜ਼ਰੂਰ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਬਿਲਕੁਲ। ਤੇ ਹਰਮਨ ਜੀ, ਇਹ ਹਰ ਪੰਜਾਬੀ ਦੇ ਲਈ ਬਹੁਤ ਨੀਝ ਲਾ ਕੇ ਬੜੀ ਗੰਭੀਰਤਾ ਦੇ ਨਾਲ ਸੋਚਣ ਵਾਲੀ ਤੇ ਸਮਝਣ ਵਾਲੀ ਕਿਸ਼ਤ ਹੋਣੀ ਆ ਜੀ, ਕਿਉਂਕਿ ਇਹ ਕੁਝ ਕਿਸੇ ਦੇ ਨਾਲ ਵੀ ਵਾਪਰ ਸਕਦਾ ਜਿਹੜਾ ਇਹਨਾਂ 2 ਕੁੜੀਆਂ ਦੇ ਨਾਲ ਵਾਪਰਿਆ। ਜੀ। ਸਾਡੇ ਸਟੂਡੀਓ ਦੇ ਵਿੱਚ ਅੱਜ 2 ਕੁੜੀਆਂ ਪਹੁੰਚੀਆਂ। ਉਹਨਾਂ ਨੂੰ ਅਸੀਂ ਵੀ ਬੇਨਤੀ ਕੀਤੀ ਤੇ ਉਹ ਵੀ ਨਹੀਂ ਚਾਹੁੰਦੀਆਂ ਸੀ ਕਿ ਅਸੀਂ ਆਪਣਾ ਚਿਹਰਾ ਨਸ਼ਰ ਕਰੀਏ, ਸਾਡਾ ਚਿਹਰਾ ਜਨਤਕ ਹੋਵੇ, ਕਿਉਂਕਿ ਇਹ ਕੁਆਰੀਆਂ ਕੁੜੀਆਂ, ਇਹਨਾਂ ਨੇ ਵਿਆਹ ਵੀ ਕਰਵਾਉਣਾ, ਇਹਨਾਂ ਦੇ ਮਾਪਿਆਂ ਦੀ ਵੀ ਇੱਜ਼ਤ ਦਾ ਖਿਆਲ ਆ, ਇਹਨਾਂ ਨੂੰ ਆਪਣੀ ਇੱਜ਼ਤ ਦਾ ਵੀ ਖਿਆਲ ਆ। ਇਸ ਕਰਕੇ ਇਹ ਕੁੜੀਆਂ ਅੱਜ ਮੂੰਹ ਢੱਕ ਕੇ ਬੈਠੀਆਂ। ਜੀ। ਇਹਨਾਂ ਦਾ ਅਸੀਂ ਨਾਂ ਪਤਾ ਜਿਹੜਾ ਉਹ ਉਵੇਂ ਨਸ਼ਰ ਨਹੀਂ ਕਰ ਸਕਦੇ ਜਿਵੇਂ ਕਿਸੇ ਕਲਾਕਾਰਾਂ ਦਾ ਕਰਦੇ ਹੁੰਨੇ ਆ। ਪਰ ਇਹਨਾਂ ਕੁੜੀਆਂ ਨਾਲ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਤੁਹਾਡੀ ਸੋਚ ਆ ਜਿਹੜੀ ਉਹ ਇੱਕ ਵਾਰ ਜ਼ਰੂਰ ਬਦਲਣੀ ਆ, ਕਿਉਂਕਿ ਇਹ ਗਰੀਬ ਘਰਾਂ ਦੀਆਂ ਦੋਵੇਂ ਬੱਚੀਆਂ ਇਹ ਗਈਆਂ ਸੀ ਦੁਬਈ ਦੇ ਵੱਲ ਏਜੰਟ ਦੇ ਰਾਹੀਂ। ਇਹਨਾਂ ਨੂੰ ਚੰਗੇ ਭਵਿੱਖ ਦਾ ਫਿਕਰ ਸੀ, ਇਹਨਾਂ ਦੇ ਮਾਪਿਆਂ ਨੂੰ ਵੀ ਇਸ ਗੱਲ ਦਾ ਫਿਕਰ ਸੀ ਵੀ ਚਲੋ ਇਹਨਾਂ ਕੁੜੀਆਂ ਦਾ ਕੁਝ ਬਣ ਜਾਊਗਾ। ਪਰ ਉੱਥੇ ਇਹਨਾਂ ਦੇ ਨਾਲ ਜੋ ਕੁਝ ਹੋਇਆ ਦੁਬਈ ਦੇ ਵਿੱਚ, ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਵੇਚਿਆ ਗਿਆ, ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਦੇਹ ਵਪਾਰ ਦੇ ਵੱਲ ਤੋਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਕੁਝ ਵੀ ਹੋਇਆ, ਇਹ ਕੁੜੀਆਂ ਆਪਣੀ ਜ਼ੁਬਾਨੀ ਅੱਜ ਜਿਹੜੇ ਸਾਡੇ ਕੋਲੇ ਬਿਆਨ ਕਰ ਰਹੀਆਂ। ਸਾਨੂੰ ਬਹੁਤ ਸਾਰੇ ਦਰਸ਼ਕਾਂ ਨੇ ਇਹ ਗੱਲ ਕਹੀ ਸੀ ਸੁਨੇਹੇ ਦੇ ਕੇ ਕਿ ਤੁਸੀਂ ਇਹੋ ਜੀ ਕਿਸ਼ਤ ਵੀ ਇੱਕ ਲੈ ਕੇ ਆਓ ਵੀ ਕੁੜੀਆਂ ਦੇ ਨਾਲ ਕੀ ਕੁਝ ਹੋਇਆ ਵਾਪਰਿਆ। ਸੋ ਇਹ ਕੁੜੀਆਂ ਆਪਣੀ ਮਰਜ਼ੀ ਦੇ ਨਾਲ ਸਾਡੇ ਕੋਲੇ ਆਈਆਂ। ਇਹਨਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਆ। ਇਹਨਾਂ ਦੇ ਆਪਣੇ ਜੋ ਵਲਵਲੇ ਹੋਣਗੇ ਇਹ ਸਭ ਦੇ ਸਾਹਮਣੇ ਰੱਖਣਗੀਆਂ ਤੇ ਇਹਨਾਂ 2 ਕੁੜੀਆਂ ਦਾ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਠੀਕ ਠਾਕ ਹੋ? ਹਾਂਜੀ। ਚੜ੍ਹਦੀ ਕਲਾ ਦੇ ਵਿੱਚੋਂ? ਹਾਂਜੀ। ਭੈਣ ਜੀ, ਪਹਿਲਾਂ ਤਾਂ ਇਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਓ ਗੱਲ ਕਿ ਤੁਹਾਡੇ ਉੱਤੇ ਕਿਸੇ ਕਿਸਮ ਦਾ ਕੋਈ ਦਬਾਅ ਤਾਂ ਨਹੀਂ? ਨਹੀਂ। ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਆਈਆਂ? ਹਾਂਜੀ। ਜੋ ਵੀ ਤੁਸੀਂ ਗੱਲਾਂ ਕਰੋਗਾ ਕਿਸੇ ਦਬਾਅ ਤੋਂ ਮੁਕਤ ਹੋ ਕੇ ਕਰ ਰਹੀਆਂ? ਹਾਂਜੀ। ਪਹਿਲੀ ਗੱਲ ਇਹ ਦੱਸੋ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਤੁਹਾਡੇ ਪਿਤਾ ਦਾ ਨਾਂ ਕੀ ਆ, ਤੁਸੀਂ ਕੌਣ ਹੋ, ਸਾਨੂੰ ਤਾਂ ਪਤਾ, ਪਰ ਅਸੀਂ ਇਦਾਂ ਗੱਲ ਨੂੰ ਨੰਗੀ ਚਿੱਟੀ ਨਹੀਂ ਕਰਨੀ ਚਾਹੁੰਦੇ। ਤੁਹਾਡੀਆਂ ਮਜਬੂਰੀਆਂ ਨੂੰ ਅਸੀਂ ਸਮਝਦੇ ਹਾਂ। ਜਦੋਂ ਤੁਸੀਂ ਦੁਬਈ ਦੇ ਵੱਲ ਜਾਣਾ ਸੀ ਉਦੋਂ ਮਨ ਦੇ ਵਿੱਚ ਕੀ ਵਲਵਲੇ ਸੀ, ਕੀ ਤੁਹਾਡੀ ਹਸਰਤ ਸੀਗੀ? ਸਭ ਤੋਂ ਪਹਿਲਾਂ ਤੇ ਅਸੀਂ ਦੁਬਈ ਤਾਂ ਇਹ ਸੋਚ ਕੇ ਗਏ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕੋਈ ਵੀ ਜੇ ਅਗਰ ਬਾਹਰਲੀ ਕੰਟਰੀ 'ਚ ਜਾਂਦਾ ਆ ਤਾਂ ਉਹਨਾਂ ਦੀ ਕੋਈ ਨਾ ਕੋਈ ਜਿੱਦਾਂ ਫੈਮਿਲੀ ਪ੍ਰੋਬਲਮਸ ਹੀ ਹੁੰਦੀਆਂ, ਜਿਹਦੇ ਕਰਕੇ ਬੰਦਾ ਕੋਈ ਮਤਲਬ ਕਿ ਇਸ ਤਰ੍ਹਾਂ ਤਾਂ ਨਹੀਂ ਜਾਂਦਾ ਵੀ ਕੋਈ ਚਾਹ ਦੇ ਨਾਲ ਨਹੀਂ ਅਸੀਂ ਗਈਆਂ, ਫੈਮਿਲੀ ਪ੍ਰੋਬਲਮ ਸੀ ਇਸ ਕਰਕੇ ਅਸੀਂ ਗਈਆਂ ਸੀ।
ਤੇ ਸਾਡੀ ਮਾਮਾ ਜੀ ਦੀ ਲੜਕੀ ਸੀਗੀ ਸਕੇ, ਉਹਨੇ ਸਾਨੂੰ ਮਤਲਬ ਕਿ ਉਹ 1 ਸਾਲ ਤੋਂ ਉਧਰ ਕੰਮ ਕਰ ਰਹੀ ਹੈ, ਉਹਨੇ ਸਾਨੂੰ ਬੁਲਾਇਆ ਸੀ ਤੇ ਮਤਲਬ ਕਿ ਉਹਨੇ ਸਾਨੂੰ ਜਦੋਂ ਘਰ ਗੱਲ ਕੀਤੀ ਸੀਗੀ ਸਾਡੇ ਨਾਲ, ਕਿਉਂਕਿ ਅਸੀਂ ਇੱਥੇ ਖੁਦ ਮਿਹਨਤ ਕਰਦੀਆਂ ਸੀਗੀਆਂ ਤੇ ਮੰਮੀ ਮਿਹਨਤ ਕਰਦੇ ਨੇ, ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਇੱਧਰ ਆ ਜਾਓ, ਮੈਂ ਇੱਧਰ ਬਿਲਕੁਲ ਸੈਟਲ ਹਾਂ, ਤੁਹਾਨੂੰ ਵੀ ਇੱਧਰ ਕੰਮ ਦਿਵਾ ਦੂੰਗੀ। ਸਾਨੂੰ ਉਹਨੇ ਇਸ ਤਰ੍ਹਾਂ ਮਾਲ ਦੇ ਕੰਮ ਵਿੱਚ ਕਹਿ ਕੇ ਬੁਲਾਇਆ ਸੀ, ਬਟ ਜਦੋਂ ਅਸੀਂ ਉੱਥੇ ਗਏ ਤਾਂ ਉਹ ਮਤਲਬ ਕਿ ਸਾਨੂੰ ਪਹਿਲਾਂ ਕਹਿ ਰਹੀ ਸੀ ਮੈਂ ਤੁਹਾਨੂੰ ਖੁਦ ਲੈਣ ਆਉਂਗੀ 에ਅਰਪੋਰਟ ਤੋਂ, ਫਿਰ ਉਹ ਖੁਦ ਨਹੀਂ ਆਈ। ਮੇਰੀ ਉਹਨਾਂ ਕਾਲ ਤੇ ਗੱਲ ਹੋਈ, ਉਹ ਖੁਦ ਸਾਨੂੰ ਲੈਣ ਨਹੀਂ ਆਈ। ਉਹਨੇ ਇੱਕ ਪਾਕਿਸਤਾਨੀ ਏਜੰਟ ਨੂੰ ਭੇਜਿਆ ਜਿਸ ਦਾ ਨਾਮ ਮੁਹੰਮਦ ਖਾਨ ਸੀ, ਉਹ ਸਾਨੂੰ ਅੱਗੇ ਲੈ ਕੇ ਗਿਆ ਤੇ ਉਹਨੇ ਲਿਜਾ ਕੇ ਸਾਨੂੰ ਇੱਕ ਆਫਿਸ ਦੇ ਵਿੱਚ ਛੱਡ ਦਿੱਤਾ। ਉਹ ਆਫਿਸ ਦਾ ਜਿਹੜਾ ਵਰਕ ਸੀਗਾ ਮਤਲਬ ਕਿ ਦੇਖਣ ਨੂੰ ਤਾਂ ਇਦਾਂ ਲੱਗਦਾ ਸੀ ਕਿ ਦੱਸਦੇ ਇਹੀ ਸੀ ਕਿ ਮਤਲਬ ਕਿ ਉਹ ਜਿੱਦਾਂ ਕਿਸੇ ਮਤਲਬ ਕਿ ਘਰਾਂ ਦੇ ਵਿੱਚ ਕੰਮ ਕਰਨ ਲਈ ਭੇਜਦੇ ਨੇ, ਬਟ ਜਦੋਂ ਸਾਨੂੰ ਮਤਲਬ ਕਿ ਅਸੀਂ ਦੋਨੋਂ ਜਾਣੀਆਂ ਇੱਕ ਘਰ ਦੇ ਵਿੱਚ ਗਈਆਂ ਤੇ ਸਾਨੂੰ ਉੱਥੋਂ ਦਾ ਵਰਕ ਜਿਹੜਾ ਬਿਲਕੁਲ ਵੀ ਸਹੀ ਨਹੀਂ ਲੱਗਾ ਤੇ ਅਸੀਂ ਉਹਨਾਂ ਨੂੰ ਮਤਲਬ ਕਿ ਜਵਾਬ ਦੇ ਦਿੱਤਾ ਸੀ ਕਿ ਅਸੀਂ ਇਹ ਵਰਕ ਨਹੀਂ ਕਰ ਸਕਦੀਆਂ ਤੇ ਫਿਰ ਅਸੀਂ ਵਾਪਸ ਆ ਗਏ। ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਤੁਸੀਂ ਇੱਥੇ ਘਰ ਦਾ ਕੰਮ ਨਹੀਂ ਕਰਨਾ, ਤੁਸੀਂ ਜੋ ਵੀ ਸ਼ੇਖ ਨੇ ਉਹਨਾਂ ਦੇ ਨਾਲ ਰਹਿਣਾ ਹੈ। ਤੇ ਰਹਿਣਾ ਤੋਂ ਭਾਵ ਵੀ ਤੁਸੀਂ ਉਹਨਾਂ ਦੇ ਨਾਲ ਜਿਵੇਂ ਕਿਹਾ ਜਾਊਗਾ ਉਸ ਤਰੀਕੇ ਦੇ ਨਾਲ ਵਿਚਰਨਾ ਜਾਂ ਕੁਝ ਰਹਿਣ ਦੇ ਹੋਰ ਤਰੀਕੇ ਸੀਗੇ? ਹਾਂਜੀ, ਜਿਵੇਂ ਕਿ ਗਲਤ ਢੰਗ ਦੇ ਨਾਲ ਰਹਿਣਾ, ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਨੂੰ ਕੰਮ ਵਾਸਤੇ ਨਹੀਂ ਬੁਲਾਇਆ ਗਿਆ, ਸਿਰਫ ਉਹਨਾਂ ਦੇ ਨਾਲ ਤੁਸੀਂ ਰਹਿਣਾ ਆ। ਅੱਛਾ ਜੀ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਸੀ ਇਹ ਸਭ ਕੁਝ ਨਹੀਂ ਕਰ ਸਕਦੇ, ਸਾਨੂੰ ਅਸੀਂ ਜਿੱਥੋਂ ਲੈ ਕੇ ਆਏ ਉੱਥੇ ਵਾਪਸ ਛੱਡਿਆ ਆਫਿਸ। ਫਿਰ ਅਸੀਂ ਜਦੋਂ ਉਹਨਾਂ ਨੂੰ ਮਨਾ ਕੀਤਾ ਤਾਂ ਆਫਿਸ ਸਾਨੂੰ ਵਾਪਸ ਛੱਡ ਗਏ। ਫਿਰ ਜਦੋਂ ਅਸੀਂ ਆਫਿਸ ਆਏ ਫਿਰ ਆਫਿਸ ਵਾਲੇ ਮਤਲਬ ਕਿ ਜੋ ਵੀ ਰਬਾਬ ਸੀ ਉਹਨੇ ਸਾਨੂੰ ਪੁੱਛਿਆ ਕਿ ਤੁਹਾਨੂੰ ਉੱਥੇ ਕੀ ਪ੍ਰੋਬਲਮ ਸੀ, ਤੁਸੀਂ ਕਿਉਂ ਨਹੀਂ ਕੰਮ ਕੀਤਾ। ਅਸੀਂ ਉਹਨੂੰ ਵੀ ਦੱਸਿਆ, ਅਸੀਂ ਕਿਹਾ ਜਿੱਦਾਂ ਮਤਲਬ ਕਿ ਜੋ ਵੀ ਕੰਮ ਸੀ ਅਸੀਂ ਉਹ ਕੰਮ ਨਹੀਂ ਕਰ ਸਕਦੇ ਤੇ ਫਿਰ ਅਸੀਂ ਤਾਂ ਕਰਕੇ ਵਾਪਸ ਆ ਗਏ। ਪਹਿਲੇ ਦਿਨ ਤਾਂ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ। ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਨੂੰ ਗਲਤ ਤਰੀਕੇ ਦੇ ਨਾਲ ਤੁਹਾਨੂੰ ਗਲਤ ਧੰਦੇ ਦੇ ਵੱਲ ਤੋਰਨ ਦੀ ਕੋਸ਼ਿਸ਼ ਕੀਤੀ ਗਈ, ਤੁਹਾਡਾ ਕਹਿਣ ਦਾ ਭਾਵ ਇਹ ਹੈ? ਹਾਂਜੀ ਜੀ। ਤੇ ਜਦੋਂ ਤੁਸੀਂ ਉੱਥੇ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਉਸ ਘਰ ਦੇ ਵਿੱਚ ਭੇਜਿਆ ਗਿਆ, ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਤੇ ਉਹ ਘਰ ਵਾਲਿਆਂ ਨੇ ਕੋਈ ਜ਼ੋਰ ਜ਼ਬਰਦਸਤੀ ਜਾਂ ਤੁਹਾਨੂੰ ਇਹ ਨਹੀਂ ਕਿਹਾ ਵੀ ਹੁਣ ਇੱਥੇ ਆਏ ਹੋ ਤਾਂ ਤੁਹਾਨੂੰ ਕੰਮ ਕਰਨਾ ਹੀ ਪਊਗਾ, ਜਾਂ ਵੈਸੇ ਹੀ ਤੁਹਾਨੂੰ ਵਾਪਸ ਛੱਡ ਗਏ? ਨਹੀਂ, ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਅੱਜ ਮਤਲਬ ਕਿ ਤੁਹਾਨੂੰ ਮਸਾਂ ਕਿਸਮਤ ਦੇ ਨਾਲ ਇਹ ਕੰਮ ਮਿਲਿਆ ਆ, ਜੋ ਵੀ ਤੁਸੀਂ ਕਰ ਰਹੇ ਕਿਉਂਕਿ ਆਏ ਤੇ ਤੁਸੀਂ ਇੱਥੇ ਮਿਹਨਤੀ ਕਰਨ ਕੰਮ ਹੈ, ਜੋ ਵੀ ਕੰਮ ਮਿਲਦਾ ਤੁਸੀਂ ਕੰਮ ਕਰ ਲਓ। ਜੇ ਤੁਸੀਂ ਇੱਥੋਂ ਕਿਉਂਕਿ ਵਾਪਸ ਚਲੇ ਜਾਂਦੇ ਆ, ਕਿਉਂਕਿ ਤੁਹਾਨੂੰ ਜਿਸ ਤਰ੍ਹਾਂ ਪਤਾ ਕੁਆਰੰਟਾਈਨ ਚੱਲ ਰਿਹਾ ਹੈ ਤੇ ਤੁਹਾਨੂੰ ਇਸ ਤੋਂ ਬਿਨਾਂ ਕੋਈ ਕੰਮ ਹੋਰ ਨਹੀਂ ਮਿਲਣਾ ਹੈਗਾ, ਤੁਹਾਨੂੰ ਫ੍ਰੀ ਬੈਠਣਾ ਪੈਣਾ ਹੈ ਜਾਂ ਤੁਹਾਨੂੰ ਵਾਪਸ ਜਾਣਾ ਪੈਣਾ ਹੈ। ਹੱਲੇ ਵਾਪਸ ਜਾਣ ਦਾ ਵੀ ਕਹਿ ਰਹੇ ਸੀ ਕੋਈ ਚਾਂਸ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਫਲਾਈਟਾਂ ਵੀ ਸਭ ਬੰਦ ਸੀਗੀਆਂ। ਫਿਰ ਅਸੀਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਸਾਨੂੰ ਮਤਲਬ ਕਿ ਫ੍ਰੀ ਬੈਠਣਾ ਮਨਜ਼ੂਰ, ਬਟ ਅਸੀਂ ਇਹ ਕੰਮ ਨਹੀਂ ਕਰ ਸਕਦੇ। ਫਿਰ ਅਸੀਂ ਵਾਪਸ ਆ ਗਏ ਸੀ, ਓਦਾਂ ਕੋਈ ਜ਼ਬਰਦਸਤੀ ਨਹੀਂ ਕੀਤੀ ਉਹਨਾਂ ਨੇ, ਸਾਨੂੰ ਵਾਪਸ ਛੱਡ ਦਿੱਤਾ। ਤੁਸੀਂ ਸਪਸ਼ਟ ਇਹ ਗੱਲ ਕਹਿਤੀ ਵੀ ਅਸੀਂ ਤਨ ਵੇਚਣ ਨਹੀਂ ਆਈਆਂ, ਅਸੀਂ ਇੱਥੇ ਸਿਰਫ ਕੰਮ ਕਰਨ ਆਈਆਂ, ਸਾਡੀ ਮਜਬੂਰੀ ਦਾ ਫਾਇਦਾ ਨਾ ਚੁੱਕੋ, ਇਹ ਗੱਲਾਂ ਹੋਈਆਂ ਤੁਹਾਡੀਆਂ? ਹਾਂਜੀ ਜੀ। ਤੇ ਜਦੋਂ ਪਹਿਲੇ ਦਿਨ ਉਹ ਕੰਮ ਦੇ ਉੱਪਰ ਤੁਹਾਨੂੰ ਲੈ ਕੇ ਗਏ ਆ ਜਿਹੜੀ ਜਗ੍ਹਾ ਤੇ ਵੀ ਤੁਸੀਂ ਗਏ, ਤਾਂ ਤੁਸੀਂ ਦੋਵੇਂ ਇਕੱਠੇ ਸੀ ਜਾਂ ਤੁਸੀਂ ਇਕੱਲੇ ਸੀ ਜਾਂ ਤੁਹਾਨੂੰ ਇਕੱਲਿਆਂ ਨੂੰ ਅੱਡ ਕਿਸੇ ਹੋਰ ਥਾਂ ਤੇ ਲਿਜਾਇਆ ਗਿਆ ਸੀ? ਸਾਨੂੰ ਦੋਵਾਂ ਨੂੰ ਵੱਖਰੇ ਸੀ ਅਸੀਂ। ਅੱਛਾ ਜੀ। ਹਾਂਜੀ। ਤੁਸੀਂ ਗਈਆਂ ਸੀ ਦੁਬਈ ਦੇ ਵਿੱਚ ਇਕੱਠੇ? ਹਾਂਜੀ। ਪਰ ਰੱਖਿਆ ਵੀ ਤੁਹਾਨੂੰ ਇੱਕ ਥਾਂ ਤੇ ਸੀ ਕਿ ਅੱਡ-ਅੱਡ? ਨਹੀਂ, ਰੱਖਿਆ ਇੱਕੋ ਥਾਂ ਤੇ ਸੀ, ਜਦੋਂ ਕੰਮ ਪਰ ਕੰਮ ਅੱਡ-ਅੱਡ ਥਾਂ ਤੇ ਭੇਜਿਆ ਗਿਆ? ਕੰਮ ਅੱਡ-ਅੱਡ ਕੇ। ਤੁਸੀਂ ਦੋਨੋਂ ਸਕੀਆਂ ਭੈਣਾਂ? ਹਾਂਜੀ ਹਾਂਜੀ। ਅੱਛਾ, ਤੇ ਤੁਹਾਨੂੰ ਕਦੇ-ਕਦੇ ਇਹ ਨਹੀਂ ਲੱਗਦਾ ਸੀਗਾ ਵੀ ਅਸੀਂ ਕਿਹੜੀ ਥਾਂ ਦੇ ਉੱਤੇ ਫਸ ਗਈਆਂ? ਹਾਂਜੀ, ਸਾਨੂੰ ਜਦੋਂ ਮਤਲਬ ਕਿ ਉੱਥੇ 1 ਹਫ਼ਤਾ ਹੋਇਆ ਸੀ ਗਏ ਨੂੰ, ਜਿੱਥੇ ਹੋਰ ਵੀ ਬਹੁਤ ਸਾਰੀਆਂ ਲੇਡੀਜ਼ ਫਸੀਆਂ ਹੋਈਆਂ ਸਨ, ਉਹ ਸਾਨੂੰ ਮਤਲਬ ਕਿ ਦੱਸਦੀਆਂ ਸੀਗੀਆਂ ਕਿ ਇੱਥੇ ਮਤਲਬ ਕਿ ਇਦਾਂ ਦਾ ਗਲਤ ਕੰਮ ਕਰਾਉਂਦੇ ਨੇ, ਇਹ ਭੇਜਦੇ ਮਤਲਬ ਕਿ ਘਰਾਂ ਦਾ ਕਿ ਬਟ ਉੱਥੇ ਜਾ ਕੇ ਹੋਰ ਹੀ ਮਤਲਬ ਗਲਤ ਕੰਮ ਕਰਾ ਰਹੇ ਨੇ। ਤੇ ਇਸ ਕਰਕੇ ਉਹਨਾਂ ਨੇ ਸਾਨੂੰ ਖੁਦ ਕਿਹਾ ਸੀ ਤੁਸੀਂ ਇਸ ਤਰ੍ਹਾਂ ਕੰਮ ਤੇ ਨਾ ਜਾਓ, ਵਾਪਸ ਚਲੀਆਂ ਜਾਓ, ਤੁਸੀਂ ਮਨਾ ਕਰ ਦਿਓ ਸਾਫ਼ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੀਆਂ। ਫਿਰ ਅਸੀਂ ਰਬਾਬ ਨੂੰ, ਜੋ ਰਬਾਬ ਸੀ ਉੱਥੋਂ ਆਫਿਸ ਦਾ, ਉਸਨੂੰ ਮਨਾ ਕਰ ਦਿੱਤਾ ਸੀਗਾ। ਜਦੋਂ ਮਤਲਬ ਸਾਡੀ ਰਬਾਬ ਨਾਲ ਗੱਲ ਹੋਈ, ਰਬਾਬ ਸਾਨੂੰ, ਅਸੀਂ ਰਬਾਬ ਤੋਂ ਆਪਣੇ ਪਾਸਪੋਰਟ ਮੰਗੇ, ਸਾਡੇ ਪਾਸਪੋਰਟ ਉਹਨਾਂ ਨੇ ਫੜ ਲਏ ਸੀ ਪਹਿਲੇ ਦਿਨ ਹੀ। ਤੇ ਰਬਾਬ ਨੇ ਸਾਨੂੰ ਇਹ ਜਵਾਬ ਦਿੱਤਾ ਸੀ ਕਿ ਤੁਹਾਡਾ ਜੋ ਵੀ ਏਜੰਟ ਹੈ, ਜੋ ਤੁਹਾਡੀ ਮਾਮਾ ਜੀ ਦੀ ਲੜਕੀ ਹੈ, ਉਹ ਇੱਥੋਂ ਤੁਹਾਡੇ ਮਤਲਬ ਕਿ 2 ਲੱਖ ਰੁਪਇਆ ਲੈ ਕੇ ਗਏ ਨੇ, 2 ਲੱਖ ਰੁਪਇਆ ਤੁਸੀਂ ਇੰਡੀਆ ਦਾ ਭਰ ਜਾਓ ਤੇ ਆਪਣੇ ਪਾਸਪੋਰਟ ਵਾਪਸ ਲੈ ਕੇ ਜਾ ਸਕਦੀਆਂ ਤੁਸੀਂ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਮਾਮਾ ਜੀ ਦੀ ਬੇਟੀ ਨੇ ਤੇ ਉਸ ਏਜੰਟ ਨੇ ਤੁਹਾਨੂੰ 2 ਲੱਖ ਦੇ ਵਿੱਚ ਤੁਹਾਨੂੰ ਵੇਚ ਦਿੱਤਾ ਸੀ? ਹਾਂਜੀ ਹਾਂਜੀ। ਤੁਸੀਂ ਇਹ ਜਾਣਕਾਰੀ ਦਿਓ ਕਿ ਜਦੋਂ ਤੁਹਾਨੂੰ ਪਹਿਲੀ ਵਾਰ ਇਹ ਗੱਲ ਕਹੀ ਗਈ ਕਿ ਭਾਈ ਤੁਸੀਂ ਇੱਥੇ ਕੰਮ ਕਰਨਾ ਤੇ ਤੁਸੀਂ ਇਹੋ ਜਿਹਾ ਕੰਮ ਕਰਨਾ, ਤੁਸੀਂ ਆ ਕੇ ਆਪਣੀ ਇਸ ਭੈਣ ਦੇ ਨਾਲ ਗੱਲ ਕੀਤੀ ਆਥਣ ਦੇ ਵੇਲੇ ਕਿ ਭਾਈ ਮੈਨੂੰ ਤਾਂ ਇਸ ਗੱਲ ਦੇ ਲਈ ਮਜਬੂਰ ਕੀਤਾ ਗਿਆ? ਹਾਂਜੀ, ਇਹਨਾਂ ਨਾਲ ਗੱਲ ਹੋਈ ਸੀਗੀ ਜੀ। ਬਹੁਤ ਟਾਈਮ ਇਹਨਾਂ ਨੂੰ ਫੋਨ ਕਰਦੇ ਰਹੇ ਪਰ ਮੈਸੇਜ ਛੱਡਦੇ ਰਹੇ, ਸੀਨ ਕਰਕੇ ਸਾਡੇ ਮੈਸੇਜ ਦਾ ਕੋਈ ਜਵਾਬ ਨਹੀਂ ਹੁੰਦਾ ਸੀ। ਅੱਛਾ, ਤੁਸੀਂ ਆਪਦੇ ਮਾਮੇ ਦੀ ਕੁੜੀ ਜਿਹਨੇ ਕਿ ਤੁਹਾਨੂੰ ਬੁਲਾਇਆ ਸੀਗਾ, ਉਹਨੂੰ ਫੋਨ ਦੇ ਉੱਤੇ ਨਹੀਂ ਇਹ ਗੱਲ ਕਹੀ ਵੀ ਭਾਈ ਤੂੰ ਸਾਨੂੰ ਕਿਹੜੇ ਕੰਮ ਦੇ ਵਿੱਚ ਪਾਉਣ ਲੱਗੀ, ਸ਼ਰਮ ਆਉਣੀ ਚਾਹੀਦੀ ਆ? ਹਾਂਜੀ, ਉਹਨਾਂ ਨੂੰ ਅਸੀਂ ਗੱਲ ਕਰਦੇ ਰਹੇ, ਉਹਨਾਂ ਦੇ ਨਾਲ 1 ਮੰਥ ਇਹੀ ਗੱਲ ਕਰਦੇ ਰਹੇ ਅਸੀਂ ਉਹਨਾਂ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ, ਸਾਨੂੰ ਇੰਡੀਆ ਵਾਪਸ ਭੇਜ ਦੇ। ਜਦੋਂ ਵੀ ਅੱਗੋਂ ਉਹਨੇ ਕੀ ਕਿਹਾ?
ਉਹ ਮਤਲਬ ਕਿ ਜਦੋਂ ਵੀ ਅਸੀਂ ਇਸ ਤਰ੍ਹਾਂ ਉਹਨੂੰ ਕਹਿੰਦੇ ਸੀਗੇ ਕਿ ਅਸੀਂ ਇਹੋ ਜਿਹਾ ਕੰਮ ਨਹੀਂ ਕਰ ਸਕਦੇ, ਸਾਨੂੰ ਏਦਾਂ ਕਰ ਵੀ ਤੂੰ ਸਾਡੇ ਪਾਸਪੋਰਟ ਵਾਪਸ ਲੈ ਦੇ, ਵੀ ਅਸੀਂ ਆਪਣੀ ਟਿਕਟ ਕਰਾ ਕੇ ਵਾਪਸ ਚਲੇ ਜਾਵਾਂਗੇ, ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ। ਸਾਨੂੰ ਉਹਨੇ ਕਿਹਾ ਕਿ ਨਾ ਮੈਂ ਤੁਹਾਨੂੰ ਇੱਥੇ ਬੁਲਾਇਆ, ਤੁਸੀਂ ਮੇਰੀ ਰਿਸਪੌਂਸਿਬਿਲਿਟੀ ਤੇ ਆਈਆਂ ਆ, ਤਾਂ ਤੋਂ ਜੋ ਵੀ ਕੰਮ ਕਰਾਉਂਦੇ ਪਏ ਨੇ ਤੁਹਾਨੂੰ ਇਹ ਕੰਮ ਕਰਨਾ ਹੀ ਪੈਣਾ। 6 ਮੰਥ ਕਰਾ ਲਓ, ਉਸ ਤੋਂ ਬਾਅਦ ਤੁਹਾਡਾ ਕੰਮ ਚੇਂਜ ਕਰ ਦਾਂਗੇ। ਅੱਛਾ ਜੀ। ਹਾਂਜੀ। ਪਰ ਤੁਸੀਂ ਗਏ ਸੀ ਕਿਹੜੇ ਆਧਾਰ ਦੇ ਉੱਤੇ? ਟੂਰਿਸਟ ਵੀਜ਼ਾ ਸੀ, ਕੋਈ ਵਰਕ ਵੀਜ਼ਾ ਸੀ, ਕਿਹੜਾ ਵੀਜ਼ਾ ਸੀ? ਟੂਰਿਸਟ ਵੀਜ਼ੇ ਤੇ ਗਏ ਸੀ। ਤੁਸੀਂ ਟੂਰਿਸਟ ਵੀਜ਼ੇ ਦੇ ਉੱਤੇ ਕੰਮ ਕਿਵੇਂ ਕਰ ਸਕਦੇ ਸੀ? ਕਿਉਂਕਿ ਅਸੀਂ ਫਸਟ ਟਾਈਮ ਘਰੋਂ ਨਿਕਲੀਆਂ, ਸਾਨੂੰ ਇਦਾਂ ਦਾ ਕੁਝ ਵੀ ਨਹੀਂ ਸੀ ਪਤਾ, ਕਿਉਂਕਿ ਉਹਨੇ ਸਾਨੂੰ ਖੁਦ ਕਿਹਾ ਸੀਗਾ ਵੀ ਮਤਲਬ ਕਿ ਜਦੋਂ ਸਾਨੂੰ ਇਧਰੋਂ 에ਅਰਪੋਰਟ ਤੋਂ ਮਤਲਬ ਕਿ ਉਹਨੇ ਕਿਹਾ ਸੀਗਾ ਵੀ ਜੇ ਤੁਹਾਨੂੰ ਕੋਈ ਪੁੱਛਦਾ ਸਿੱਧਾ ਕਰੇਗਾ ਤੁਸੀਂ ਕਹਿਣਾ ਕਿ ਅਸੀਂ ਸਿਰਫ ਘੁੰਮਣ ਹੀ ਜਾ ਰਹੀਆਂ ਆ। ਸਾਨੂੰ ਕਿਉਂਕਿ ਫਸਟ ਟਾਈਮ ਘਰੋਂ ਨਿਕਲੀਆਂ, ਕੁਝ ਪਤਾ ਨਹੀਂ ਸੀਗਾ, ਬਟ ਸਾਨੂੰ ਜੋ ਵੀ ਅਸਲ ਮਤਲਬ ਕਿ ਸੱਚਾਈ ਸੀਗੀ ਸਾਨੂੰ ਉੱਥੇ ਜਾ ਕੇ ਹੀ ਪਤਾ ਲੱਗੀ। ਜਦੋਂ ਇੱਥੋਂ ਤੁਸੀਂ ਜਾਣਾ ਸੀ, ਤੁਸੀਂ ਕਿਤੇ ਪੁੱਛ ਪੜਤਾਲ ਜਾਂ ਕਿਸੇ ਹੋਰ ਸਿਆਣੇ ਦੇ ਨਾਲ ਗੱਲਬਾਤ, ਕਿਤੇ ਆਂਢ ਗੁਆਂਢ ਦੇ ਵਿੱਚ ਗੱਲਬਾਤ, ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਏਦਾਂ ਜਾ ਰਹੀਆਂ, ਉੱਥੇ ਸਾਨੂੰ ਇਹ ਕਿਹਾ ਜਾ ਰਿਹਾ ਵੀ ਏਦਾਂ ਕੰਮ ਦਵਾ ਦਿੱਤਾ ਜਾਊਗਾ ਟੂਰਿਸਟ ਵੀਜ਼ੇ ਤੇ, ਕੀ ਇਹ ਤਰੀਕਾ ਸਹੀ ਹੈ ਜਾਂ ਨਹੀਂ ਹੈ? ਤੁਸੀਂ ਕਿਸੇ ਨੂੰ ਪੁੱਛਿਆ? ਜੀ ਨਹੀਂ, ਕਿਸੇ ਨੂੰ ਨਹੀਂ ਪੁੱਛਿਆ ਸੀ। ਤੁਹਾਨੂੰ ਕੀ ਗੱਲ ਕਹੀ ਗਈ ਸੀ ਭੈਣ ਜੀ ਕਿ ਮਹੀਨੇ ਦੇ ਕਿੰਨੇ ਪੈਸੇ ਤੁਹਾਨੂੰ ਬਣ ਜਾ ਕਰਨਗੇ ਦੁਬਈ ਦੇ ਵਿੱਚ? 20,000 ਰੁਪਇਆ ਇੰਡੀਆ ਦਾ। ਤੇ ਤੁਸੀਂ ਕਿੰਨੇ ਪੈਸੇ ਲਾ ਕੇ ਗਏ ਸੀ ਦੁਬਈ? ਅਸੀਂ 50,000 ਰੁਪਇਆ। 50,000 ਦੋਵਾਂ ਜਣੀਆਂ ਨੇ ਲਾਇਆ? ਨਹੀਂ, 50,000 ਰੁਪਏ ਦਿੱਤਾ ਸੀ ਅਸੀਂ ਦੋਵਾਂ ਨੇ। ਦੋਵਾਂ ਜਣਾ? ਹਾਂਜੀ। ਕਿਸੇ ਏਜੰਟ ਨੂੰ? ਹਾਂਜੀ। ਉਹ ਜਿਹੜਾ ਏਜੰਟ ਸੀ ਉਹ ਤੁਹਾਨੂੰ ਕਿਹਨੇ ਮਿਲਵਾਇਆ ਸੀਗਾ? ਮਾਮਾ ਜੀ ਦੀ ਕੁੜੀ ਨੇ। ਅੱਛਾ, ਉਹ ਇੱਥੋਂ ਦਾ ਹੀ ਆ? ਹਾਂਜੀ। ਤੇ ਹੁਣ ਉਹਦੇ ਖਿਲਾਫ ਤੁਸੀਂ ਕੋਈ ਕਾਰਵਾਈ ਕਰਨ ਬਾਰੇ ਸੋਚਿਆ ਕਿ ਨਹੀਂ? ਕੋਈ ਸ਼ਿਕਾਇਤ ਦਿੱਤੀ ਹੈ ਕਿਤੇ? ਹਾਂਜੀ, ਮਤਲਬ ਕਿ ਸਾਡੇ ਨਾਲ ਜੋ ਵੀ ਉੱਥੇ ਸਾਨੂੰ ਪ੍ਰੋਬਲਮ ਆਈ ਉਹ ਸਾਨੂੰ ਪਤਾ, ਅਸੀਂ ਕਿਸ ਤਰੀਕੇ ਨਾਲ ਉੱਥੇ ਮਤਲਬ ਕਿ ਫੇਸ ਕੀਤਾ। ਤੇ ਸਾਡੀ ਇੱਕ ਰਿਕਵੈਸਟ ਹੀ ਸੀ ਕਿ ਜੋ ਸਾਡੀ ਮਾਮਾ ਜੀ ਦੀ ਕੁੜੀ ਹੈ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਅਤੇ ਏਜੰਟ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਨਹੀਂ, ਉਹ ਤਾਂ ਤੁਸੀਂ ਸੋਚਦੇ ਆ ਨਾ, ਤੁਸੀਂ ਕੋਈ ਕਾਰਵਾਈ ਦੇ ਲਈ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਹੈ ਵੀ ਭਾਈ ਸਾਡੀ ਮਾਮੇ ਦੀ ਕੁੜੀ ਨੇ ਜਾਂ ਆ ਫਲਾਣੇ ਪਿੰਡ ਦਾ ਏਜੰਟ ਆ ਜਿਹੜਾ ਉਹਨੇ ਪੈਸੇ ਲੈ ਕੇ ਸਾਨੂੰ ਗਲਤ ਤਰੀਕੇ ਦੇ ਨਾਲ ਬਾਹਰ ਭੇਜਿਆ, ਆਹ ਕੁਝ ਹੋਇਆ ਸਾਡੇ ਨਾਲ? ਜੀ ਨਹੀਂ, ਕੋਈ ਕਾਰਵਾਈ ਜੇ ਨਹੀਂ ਤੁਸੀਂ ਕੀਤੀ। ਪੁਲਿਸ ਦੇ ਕੋਲੇ ਸ਼ਿਕਾਇਤ ਨਹੀਂ ਕੀਤੀ ਤੇ ਫਿਰ ਜੇਕਰ ਆਪਾਂ ਵੈਸੇ ਸੋਚਾਂਗੇ ਜੀ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਉਹ ਕਿਵੇਂ ਮਿਲੂਗੀ? ਬਟ ਇੱਥੇ ਆ ਕੇ ਅਸੀਂ ਕੋਈ ਵੀ ਕਾਰਵਾਈ ਨਹੀਂ ਕੀਤੀ ਹਜੇ। ਤੁਸੀਂ ਅੱਖਾਂ ਗਿੱਲੀਆਂ ਨਾ ਕਰੋ ਆਪਣੀਆਂ, ਤੁਸੀਂ ਭਾਵੁਕ ਹੋ ਗਏ। ਅਸੀਂ ਤੁਹਾਡੀ ਮਜਬੂਰੀ ਨੂੰ, ਅਸੀਂ ਤੁਹਾਡੇ ਜਜ਼ਬਾਤ ਨੂੰ ਸਮਝ ਸਕਦੇ ਹਾਂ। ਤੁਹਾਡੀਆਂ ਅੱਖਾਂ ਜਿਹੜੀਆਂ ਗਿੱਲੀਆਂ, ਇਹਨਾਂ ਨੂੰ ਪੜ੍ਹ ਸਕਦੇ ਹਾਂ ਕਿ ਤੁਹਾਡੇ ਮਨ ਦੇ ਉੱਤੇ ਕੀ ਕੀ ਬੀਤਦੀ ਹੈ। ਕਿਉਂਕਿ ਗਰੀਬ ਪਰਿਵਾਰ ਆ ਜਿਹੜੇ, ਉਹ ਆਪਣੇ ਧੀਆਂ ਪੁੱਤਾਂ ਨੂੰ ਪਤਾ ਨਹੀਂ ਕਿਵੇਂ ਪੈਸੇ ਇਕੱਠੇ ਕਰਕੇ 50,000 ਰੁਪਈਆ ਵੀ ਪਤਾ ਨਹੀਂ ਕਿਵੇਂ ਇਕੱਠੇ ਕੀਤਾ ਹੋਊਗਾ, ਤੇ ਉਹ ਮਜਬੂਰੀ ਦੇ ਵਿੱਚ ਭੇਜਿਆ। ਤੇ ਗਾਂ ਜਾ ਕੇ ਜੇਕਰ ਇਹ ਗੱਲ ਕਹੀ ਜਾਵੇ ਵੀ ਤੂੰ ਸਾਡੇ ਨਾਲ ਸਮਝੌਤਾ ਕਰ, ਤੂੰ ਇੱਥੇ ਹਮ ਬਿਸਤਰ ਹੋ, ਉਹ ਕੀ ਕੁਝ ਮਨ ਦੇ ਉੱਤੇ ਬੀਤਦਾ ਹੋਊਗਾ ਧੀਆਂ ਧਿਆਣੀਆਂ ਦੇ, ਅਸੀਂ ਸਮਝ ਸਕਦੇ ਹਾਂ। ਤੁਸੀਂ ਅੱਖਾਂ ਪੂੰਝ ਲਓ ਭੈਣ ਜੀ। ਪਹਿਲਾਂ ਤੁਸੀਂ ਇੱਥੇ ਕੀ ਕੰਮ ਕਰਦੇ ਹੁੰਦੇ ਸੀਗੇ ਜਦੋਂ ਦੁਬਈ ਜਾਣ ਤੋਂ ਪਹਿਲਾਂ? ਮੈਂ ਫੈਕਟਰੀ 'ਚ ਕੰਮ ਕਰਦੀ। ਕੀ ਕੰਮ ਸੀ? ਲੈਦਰ ਫੈਕਟਰੀ। ਤੇ ਕਿੰਨੇ ਪੈਸੇ ਮਿਲਦੇ ਸੀ ਮਹੀਨੇ ਦੇ ਇੱਥੇ? 9,000। ਤੁਸੀਂ ਕਿੰਨਾ ਪੜ੍ਹੇ ਲਿਖੇ ਹੋ? +2। ਤੁਸੀਂ ਵੀ +2 ਕੀਤੀ ਹੋਈ ਹੈ? ਹਾਂਜੀ। ਤੇ ਜਦੋਂ 1 ਮਹੀਨਾ ਉੱਥੇ, ਚਲੋ ਇਹ ਸਾਰਾ ਕੁਝ ਤੁਸੀਂ ਮਨਾ ਕਰ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰਨਾ, ਕੁੱਲ ਕਿੰਨੇ ਮਹੀਨੇ ਦੁਬਈ ਦੇ ਵਿੱਚ ਬਿਤਾ ਕੇ ਆਏ ਹੋ? 4 ਮੰਥ ਜੀ। ਤੇ ਉਸ ਤੋਂ ਬਾਅਦ ਦਾ ਫਿਰ ਅੱਗੇ ਦਾ ਸਫ਼ਰ ਤੁਸੀਂ ਮਨਾ, ਕਿਉਂਕਿ ਇੱਕ ਵਾਰ ਮਨਾ ਕਰ ਸਕਦੇ ਹੋ, 2 ਵਾਰ ਮਨਾ ਕਰ ਸਕਦੇ ਹੋ, ਬਹੁਤ ਸਾਰੀਆਂ ਔਕੜਾਂ ਮੋਰੇ ਆਈਆਂ ਹੋਣਗੀਆਂ, ਫਿਰ ਅੱਗੇ ਦਾ ਸਫ਼ਰ ਤੁਸੀਂ ਕਿਵੇਂ ਹੰਡਾਇਆ? 1.5 ਮੰਥ ਅਸੀਂ ਉਹਨਾਂ ਨੂੰ ਇਦਾਂ ਹੀ ਰਿਕਵੈਸਟ ਕਰਦੇ ਰਹੇ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ। ਉਸ ਤੋਂ ਬਾਅਦ ਜਿੱਦਾਂ ਮਤਲਬ ਕਿ ਉਹ ਜ਼ਬਰਦਸਤੀ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਸੀ, ਸਾਡੇ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਸਾਡਾ ਖਾਣਾ ਪੀਣਾ ਵੀ ਬਿਲਕੁਲ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਅਸੀਂ ਉੱਥੇ ਮਤਲਬ ਕਿ ਕਾਫੀ ਵਾਰ ਘਰੇ ਵੀ ਗੱਲ ਕੀਤੀ ਮਾਮਾ ਜੀ ਦੀ ਨਾਲ, ਬਟ ਉਹਨਾਂ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ। ਮਾਮੀ ਨੇ ਵੀ ਅੱਗੇ ਇਹੀ ਰਿਪਲਾਈ ਦਿੱਤਾ ਸੀ, ਜੋ ਵੀ ਮੇਰੀ ਲੜਕੀ ਕੰਮ ਕਰਦੀ ਤੁਹਾਨੂੰ ਕਰਨਾ ਹੀ ਪੈਣਾ ਆ। ਤੁਹਾਡੀ ਮਾਮੀ ਨੇ ਕਿਹਾ? ਹਾਂਜੀ, ਮਾਮੀ ਨੇ ਕਿਹਾ। ਫਿਰ ਉਸ ਤੋਂ ਬਾਅਦ ਅਸੀਂ ਮਜਬੂਰ ਹੋ ਕੇ ਉੱਥੋਂ ਮਤਲਬ ਕਿ ਭੱਜ ਗਈਆਂ ਸੀਗੀਆਂ। ਰਾਤ ਨੂੰ ਅਸੀਂ ਨਿਕਲੀਆਂ ਸੀਗੀਆਂ 5 ਵਜੇ, ਤੇ ਉਸ ਤੋਂ ਬਾਅਦ ਅਸੀਂ ਐਮਬੈਸੀ ਦੇ ਨਾਲ ਕੰਟੈਕਟ ਕੀਤਾ। ਸਾਡੇ ਨਾਲ ਇੱਕ ਹੋਰ ਲੜਕੀ ਸੀ, 3 ਜਾਣੀਆਂ ਸੀ, ਅਸੀਂ 3 ਭੱਜੀਆਂ ਸੀਗੀਆਂ ਐਮਬੈਸੀ ਦੇ ਵਿੱਚ। ਸਾਨੂੰ ਉੱਥੇ ਗੁਰਪਿੰਦਰ ਵੀਰ ਜੀ ਮਿਲੇ, ਆਪਣੇ ਪੰਜਾਬੀ ਸੀ ਉਹ ਲੁਧਿਆਣੇ ਤੋਂ, ਉਹਨਾਂ ਦੇ ਨਾਲ ਕੰਟੈਕਟ ਕੀਤਾ। ਜਿੱਦਾਂ ਮਤਲਬ ਕਿ ਜਦੋਂ ਅਸੀਂ ਉੱਥੋਂ ਭੱਜੀਆਂ ਉਹਨਾਂ ਨੇ ਸਾਡੇ ਹਾਲਾਤ ਦੇਖੇ, ਸਾਡੇ ਨਾਲ ਗੱਲ ਕੀਤੀ, ਤੇ ਫਿਰ ਉਹ ਸਾਨੂੰ ਆਪਣੇ ਕੋਲ ਲੈ ਗਏ। 1 ਮੰਥ ਅਸੀਂ ਉਹਨਾਂ ਦੇ ਕੋਲ ਹੀ ਰਹੇ। ਉਸ ਤੋਂ ਬਾਅਦ ਮਤਲਬ ਕਿ ਹਰਨੇਕ ਸਿੰਘ ਰੰਧਾਵਾ ਜੀ ਵੀਰ ਜੀ, ਉਹਨਾਂ ਦੇ ਨਾਲ ਉਹਨਾਂ ਨੇ ਕੰਟੈਕਟ ਕੀਤਾ। ਫਿਰ ਹਰਨੇਕ ਸਿੰਘ ਰੰਧਾਵਾ ਜੀ ਵੀਰ ਜੀ, ਉਹਨਾਂ ਦੀ ਟੀਮ ਨੇ ਮਤਲਬ ਕਿ ਸਾਡਾ ਬਹੁਤ ਸਾਥ ਦਿੱਤਾ। ਉਹਨਾਂ ਦੇ NGO ਸੀਗੇ ਸਤਵੀਰ ਭਾਜੀ, ਉਹ ਸਾਡੇ ਨਾਲ ਇਦਾਂ ਲਗਾਤਾਰ ਗੱਲਬਾਤ ਕਰਦੇ ਰਹੇ। ਉਹਨਾਂ ਨੇ ਐਮਬੈਸੀ ਦੇ ਨਾਲ ਕੰਟੈਕਟ ਕੀਤਾ, ਤੇ ਉੱਥੇ ਇੱਕ ਗਰੀਸ਼ ਪੰਥ ਜੀ ਵੀਰ ਜੀ ਸੀਗੇ ਜਿਹੜੇ ਕਿ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜਾ ਕੇ ਐਮਬੈਸੀ ਮਤਲਬ ਕਿ ਉਹਨਾਂ ਨੇ ਪੂਰੀ ਕਾਰਵਾਈ ਕੀਤੀ ਅਤੇ ਸਾਡੇ ਪਾਸਪੋਰਟ ਵਾਪਸ ਦਿਵਾਏ। ਜੀ।
ਤੇ ਜੋ ਕੁਝ ਵੀ ਹੋਇਆ, ਜਿਹੜਾ ਇਹ ਤੁਸੀਂ ਕਹਿ ਰਹੇ ਹੋ ਵੀ ਅੰਬੈਸੀ ਤੱਕ ਤੁਸੀਂ ਜਾ ਕੇ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ, ਇਹ ਸਾਰਾ ਕੁਝ ਤੁਹਾਨੂੰ ਕਿਸੇ ਨੇ ਕਿਹਾ ਇਸ ਤਰ੍ਹਾਂ ਕਰਨ ਦੇ ਲਈ ਕਿ ਤੁਹਾਡੇ ਕੋਲ ਆਹੀ ਤਰੀਕਾ ਹੈ ਭਾਈ ਇੱਥੋਂ ਭੱਜ ਜਾਇਓ ਤੇ ਸਿੱਧਾ ਅੰਬੈਸੀ ਚਲੇ ਜਾਇਓ, ਜਾਂ ਇਹ ਤੁਹਾਡੇ ਆਪਣੇ ਆਪਸ ਦੇ ਵਿੱਚ ਦੋਵਾਂ ਨਾਲ ਕੀਤੇ ਹੋਏ ਵਿਚਾਰ ਸੀ? ਨਹੀਂ, ਸਾਡੇ ਮਤਲਬ ਕਿ ਆਪਸੀ ਸੀਗੇ। ਜਿੱਦਾਂ ਅਸੀਂ ਘਰ ਗੱਲ ਕਰਦੇ ਸੀਗੇ ਤੇ ਸਾਡੇ ਮਤਲਬ ਕਿ ਜੋ ਰਿਲੇਟਿਵ ਸੀਗੇ, ਬ੍ਰਦਰ ਮੇਰੇ, ਉਹ ਸਾਨੂੰ ਇਦਾਂ ਕਹਿ ਰਹੇ ਸੀ ਕਿ ਤੁਸੀਂ ਐਮਬੈਸੀ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਜੀ। ਜਦੋਂ ਅਸੀਂ ਐਮਬੈਸੀ ਗਏ, ਬਟ ਸਾਡੀ ਐਮਬੈਸੀ ਵਾਲੇ ਕੋਈ ਵੀ ਗੱਲ ਨਹੀਂ ਸੀ ਸੁਣਦੇ। ਉੱਥੇ ਜੋ ਗੁਰਪਿੰਦਰ ਵੀਰ ਜੀ ਸੀ, ਉਹ ਖੁਦ ਜ਼ਬਰਦਸਤੀ ਅੰਦਰ ਗਏ ਐਮਬੈਸੀ ਦੇ ਤੇ ਉਹਨਾਂ ਨੇ ਗੱਲਬਾਤ ਕੀਤੀ, ਫਿਰ ਜੋ ਕਿ ਸਾਡੀ ਮਤਲਬ ਕਿ ਰਿਪੋਰਟ ਅੰਦਰ ਉਹਨਾਂ ਨੇ ਲਿਖੀ ਜੀ। ਤੇ ਉਸ ਤੋਂ ਬਾਅਦ ਉਹ ਸਾਡੇ ਕੋਲ ਆਪਣੇ ਕੋਲ ਲੈ ਗਏ ਸਾਨੂੰ। ਸਾਡੇ ਕੋਲ ਕੋਈ ਰਹਿਣ ਦੀ ਜਗ੍ਹਾ ਨਹੀਂ ਸੀ, ਕੋਈ ਕੱਪੜਾ ਲੀੜਾ ਕੁਛ ਨਹੀਂ ਸੀ ਪਹਿਨਣ ਲਈ, ਸਭ ਕੁਝ ਸਾਡਾ ਉੱਥੇ ਹੀ ਸੀ। ਅੱਛਾ ਜੀ। ਅੱਛਾ, ਹਾਂਜੀ। ਤੇ ਇੱਕ ਹੋਰ ਜਾਣਕਾਰੀ ਦਿਓ ਬਈ, ਜਿਸ ਤਰੀਕੇ ਦੇ ਨਾਲ ਤੁਹਾਡੇ ਉੱਤੇ ਜੋ ਜ਼ੁਲਮ ਹੋਇਆ, ਮੈਂ ਜ਼ੁਲਮ ਤਾਂ ਕਹਿਣਾ ਕਿਉਂਕਿ ਜੋ ਕੁਝ ਤੁਸੀਂ ਹੰਡਾਇਆ ਉਹ ਸਾਨੂੰ ਤੁਸੀਂ ਪਹਿਲਾਂ ਦੱਸਿਆ ਵੀ ਹੈਗਾ, ਪਰ ਉੱਥੇ ਹੋਰ ਵੀ ਕੋਈ ਪੰਜਾਬਣ ਕੁੜੀ ਸੀ ਜਾਂ ਕਿੰਨੀਆਂ ਕੁ ਪੰਜਾਬਣ ਕੁੜੀਆਂ ਉਸ ਕਮਰੇ ਦੇ ਵਿੱਚ ਜਾਂ ਉਸ ਘਰ ਦੇ ਵਿੱਚ ਸੀ ਜਿੱਥੇ ਤੁਹਾਨੂੰ ਰੱਖਿਆ ਗਿਆ, ਤੇ ਉਹਨਾਂ ਦੇ ਨਾਲ ਕੀ ਕੀ ਕੁਝ ਹੁੰਦਾ ਵਾਪਰਦਾ ਸੀ? ਜੋ ਮਤਲਬ ਕਿ ਉੱਥੇ ਪੰਜਾਬੀ ਕੁੜੀਆਂ ਸੀਗੀਆਂ, ਪੰਜਾਬੀ ਵੀ ਸੀ, ਸ਼੍ਰੀਲੰਕਾ ਤੋਂ ਸੀ, ਅਫਰੀਕਾ ਤੋਂ ਸੀ, ਤੇ ਇੱਕ ਇੰਡੋਨੇਸ਼ੀਆ ਸੀਗੀਆਂ, ਕਾਫੀ ਕੰਟਰੀ ਦੀਆਂ ਕੁੜੀਆਂ ਸੀਗੀਆਂ। ਤੇ ਉਹਨਾਂ ਦੇ ਨਾਲ ਮਤਲਬ ਕਿ ਉਹਨਾਂ ਦੇ ਵੀਜ਼ੇ ਜਿੱਦਾਂ ਲੱਗੇ ਹੋਏ ਸੀ 2-2 ਸਾਲ ਦੇ, ਅਗਰ ਉਹ ਕੰਮ ਤੇ ਨਹੀਂ ਜਾਂਦੀਆਂ ਸੀ, ਉਹਨਾਂ ਦੇ ਨਾਲ ਜੋ ਉੱਥੋਂ ਦਾ ਰਵਾਬ ਸੀ ਆਫਿਸ ਦਾ, ਕੁੱਟਮਾਰ ਕਰਦਾ ਸੀ ਉਹਨਾਂ ਦੇ ਨਾਲ। ਅੱਛਾ, ਤੁਹਾਡੇ ਸਾਹਮਣੇ? ਹਾਂਜੀ, ਸਾਡੇ ਸਾਹਮਣੇ ਖੁਦ ਕੀਤਾ ਉਹਨਾਂ ਨੇ। ਇੱਕ ਕੁੜੀ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ, ਉਹ ਕੰਮ ਤੇ ਨਹੀਂ ਸੀ ਜਾਂਦੀ। ਹੋਰ ਵੀ ਜਿੱਦਾਂ ਕੁੜੀਆਂ ਕੰਮ ਕਰਕੇ ਆਉਂਦੀਆਂ ਸੀ ਤੇ ਉਹ ਰੋ ਰੋ ਕੇ ਦੱਸਦੀਆਂ ਹੁੰਦੀਆਂ ਸੀ ਜਿਹੋ ਜਿਹੇ ਹਾਲਾਤਾਂ ਚੋਂ ਨਿਕਲ ਕੇ ਆਉਂਦੀਆਂ ਸੀ। ਤੇ ਕੰਮ ਦਾ ਭਾਵ ਇੱਕੋ ਹੀ ਸੀਗਾ ਵੀ ਭਾਈ ਤੁਸੀਂ ਉਹਦੇ ਨਾਲ ਜਾਣਾ, ਹੁਣ ਉਹਦੇ ਨਾਲ ਜਾਣਾ, ਇਸ ਤੋਂ ਬਿਨਾ ਕੋਈ ਹੋਰ ਕੰਮ ਨਹੀਂ ਸੀਗਾ? ਨਹੀਂ। ਇਸ ਪੂਰੇ ਸਮੇਂ ਦੇ ਵਿੱਚ ਤੁਸੀਂ ਕਿੰਨੀ ਕੁ ਵਾਰ ਆਪਣੇ ਮਾਮਾ ਜੀ ਦੀ ਲੜਕੀ ਦੇ ਨਾਲ ਕੰਟੈਕਟ ਕਰਨ ਦੀ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਮੈਂ ਬਹੁਤ ਵਾਰ ਉਹਨਾਂ ਦੇ ਨਾਲ ਕੰਟੈਕਟ ਕੀਤਾ। ਉਦਾਂ ਉਹ 2 ਵਾਰੀ ਆਈ ਆਫਿਸ ਸਾਨੂੰ ਤੇ ਮਿਲ ਕੇ ਚਲੀ ਗਈ। ਜਦੋਂ ਵੀ ਆਂਦੀ ਸੀਗੀ ਸਾਨੂੰ ਇਸ ਤਰ੍ਹਾਂ ਕਹਿੰਦੀ ਸੀ ਤੁਸੀਂ ਟੈਨਸ਼ਨ ਨਾ ਲਓ, ਮੈਂ ਤੁਹਾਨੂੰ 1-2 ਦਿਨਾਂ ਤੱਕ ਇੱਥੋਂ ਲੈ ਜਾਣਾ ਆ। ਬਟ ਜਦੋਂ ਤੀਸਰੀ ਵਾਰ ਉਹਨੂੰ ਮੈਂ ਖੁਦ ਹਾਰ ਕੇ ਕਿਹਾ ਸੀਗੀ ਮੈਂ ਆਖਰੀ ਵਾਰ ਤੈਨੂੰ ਪੁੱਛਣਾ, ਅਗਰ ਤੂੰ ਸਾਨੂੰ ਇੱਥੋਂ ਲੈ ਕੇ ਜਾ ਸਕਦੀ ਹੈ ਤਾਂ ਲੈ ਜਾ, ਜੇ ਤੂੰ ਜਾ ਨਹੀਂ ਸਕਦੀ ਤੂੰ ਸਾਡੇ ਪਾਸਪੋਰਟ ਵਾਪਸ ਦਵਾ ਦੇ। ਬਟ ਉਹਨੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਸੁਣੀ, ਨਾ ਉਹ ਖੁਦ ਆਈ, ਨਾ ਕੋਈ ਉਹਨੇ ਰਿਸਪੌਂਸ ਦਿੱਤਾ। ਉਹਦੀ ਆਪਣੀ ਉਮਰ ਕਿੰਨੀ ਕੁ ਹੈ? 20 ਸਾਲ। 20 ਸਾਲ ਦੀ ਉਮਰ ਦੇ ਵਿੱਚ ਇਹ ਕੰਮ ਸ਼ੁਰੂ ਕਰਤਾ? ਹਾਂਜੀ। ਹੱਦ ਹੋ ਗਈ। ਤੇ ਉਹਨੂੰ ਦੁਬਈ ਗਈ ਨੂੰ ਕਿੰਨਾ ਸਮਾਂ ਹੋ ਗਿਆ? 1 ਸਾਲ। ਤੇ ਉਹ ਵੀ ਘਰੋਂ ਗਰੀਬ ਸੀ? ਨਹੀਂ, ਠੀਕ ਸੀ ਫੈਮਿਲੀ। ਅੱਛਾ। ਹਾਂਜੀ। ਪਰ ਗਲਤ ਅਸਲ ਦੇ ਵਿੱਚ ਹਰਮਨ ਜੀ ਜ਼ਮੀਰ ਜਾਗਦੀ ਨਹੀਂ ਚਾਹੀਦੀ ਹੈ, ਕੋਈ ਗਰੀਬ ਹੋਵੇ ਕੋਈ ਅਮੀਰ ਹੋਵੇ। ਇੱਕ ਉਹ ਵੀ ਹੈ ਵੀ ਜਿਹਨੇ ਸਮਝੌਤਾ ਕਰ ਲਿਆ ਤੇ ਜਿਹਨੇ ਹੋਰਨਾਂ ਕੁੜੀਆਂ ਨੂੰ ਇਧਰਲੇ ਪਾਸੇ ਤੋਰਨ ਦੀ ਕੋਸ਼ਿਸ਼ ਕੀਤੀ। ਇੱਕ ਇਹ ਕੁੜੀਆਂ ਵੀ ਹੈ ਜਿਨ੍ਹਾਂ ਦੀ ਜ਼ਮੀਰ ਜਾਗਦੀ ਸੀ, ਜਿਨ੍ਹਾਂ ਨੇ ਕੋਈ ਸਮਝੌਤਾ ਨਹੀਂ ਕੀਤਾ ਤੇ ਇੱਥੇ ਆਉਣਾ ਠੀਕ ਸਮਝਿਆ। ਜੀ ਬਿਲਕੁਲ। ਇਹ ਜਿਹੜਾ 4.5 ਮਹੀਨਿਆਂ ਦਾ ਸਮਾਂ ਸੀ, ਇਸ ਦੌਰਾਨ ਚਲੋ ਤੁਸੀਂ ਕੰਮ ਨਹੀਂ ਕੀਤਾ, ਫਿਰ ਰੋਟੀ ਪਾਣੀ ਤੁਸੀਂ ਕਹਿੰਦੇ ਉਹਨਾਂ ਨੇ ਬੰਦ ਕਰ ਦਿੱਤਾ, ਤੇ ਫਿਰ ਤੁਸੀਂ ਆਪਣੀ ਜ਼ਿੰਦਗੀ ਗਾਂ ਕਿਵੇਂ ਤੋਰੀ? ਕਿਉਂਕਿ 4 ਮਹੀਨੇ ਤੱਕ ਕੋਈ ਭੁੱਖਾ ਨਹੀਂ ਰਹਿ ਸਕਦਾ। ਕਿਵੇਂ ਖਾਂਦੇ ਸੀ, ਕਿਵੇਂ ਆਪਣੇ ਆਪ ਨੂੰ ਅੱਗੇ ਤੋਰਦੇ ਸੀ, ਕੀ ਕੁਝ ਹੰਡਾਇਆ ਤੁਸੀਂ? ਪਹਿਲਾਂ ਅਸੀਂ ਮਤਲਬ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਐਮਬੈਸੀ ਦੇ ਨਾਲ ਕੰਟੈਕਟ ਹੋਇਆ ਸੀ ਸਾਡਾ, ਗੁਰਪਿੰਦਰ ਵੀਰ ਜੀ ਉੱਥੇ ਮਿਲੇ, 1 ਮੰਥ ਅਸੀਂ ਉਹਨਾਂ ਦੇ ਕੋਲ ਰੁਕੇ। ਉਸ ਤੋਂ ਬਾਅਦ ਹਰਨੇਕ ਸਿੰਘ ਰੰਧਾਵਾ ਵੀਰ ਜੀ, ਉਹਨਾਂ ਦੀ ਮਤਲਬ ਕਿ ਸਾਡੇ ਮੈਂਬਰਸ਼ਿਪ ਨਾਲ ਜੋ ਵੀ ਕੰਟੈਕਟ ਹੋਇਆ, ਉਹਨਾਂ ਨੇ ਫਿਰ ਸਾਨੂੰ ਇੱਕ ਪੰਜਾਬੀ ਫੈਮਿਲੀ ਦੇ ਵਿੱਚ ਛੱਡਿਆ ਜੋ ਕਿ ਮਤਲਬ ਕਿ ਉਹਨਾਂ ਦੇ ਕੰਟੈਕਟ ਵਿੱਚ ਸੀ। ਫਿਰ ਅਸੀਂ ਉੱਥੇ ਰਹੇ ਜਦੋਂ ਤੱਕ ਅਸੀਂ ਇੰਡੀਆ ਵਾਪਸ ਨਹੀਂ, ਉਹਨਾਂ ਦੀ ਫੈਮਿਲੀ ਦੇ ਵਿੱਚ ਹੀ ਰਹੇ ਅਸੀਂ। ਇੱਕ ਜਾਣਕਾਰੀ ਹੋਰ ਦਿਓ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਉਹ ਖਾੜੀ ਦੇਸ਼ਾਂ ਦੇ ਵੱਲ ਜਾਂਦੇ ਆ, ਅਰਬ ਕੰਟਰੀਜ਼ ਦੇ ਵੱਲ। ਇਹ ਸਾਡੇ ਦੇਸ਼ ਦੀ ਇੱਕ ਤਰਾਸਦੀ ਆ, ਸਾਡੇ ਪੰਜਾਬੀਆਂ ਦੀ ਵੀ ਇੱਕ ਤਰਾਸਦੀ ਬਣ ਗਈ ਆ ਕਿ ਸਾਨੂੰ ਜੇਕਰ ਇੱਥੇ ਰੁਜ਼ਗਾਰ ਮਿਲਦੇ ਹੋਣ, ਰੋਟੀ ਟੁੱਕ ਜੋਗੇ ਅਸੀਂ ਇੱਥੇ ਹੋ ਜਾਈਏ, ਤਾਂ ਕਿਸੇ ਨੂੰ ਕੀ ਲੋੜ ਆ ਕਿ ਇਹੋ ਜਿਹੇ ਮੌਤ ਦੇ ਮੂੰਹ ਦੇ ਵਿੱਚ ਜਾਗੇ ਜਾਂ ਅਸੀਂ ਗਲਤ ਕੰਮਾਂ ਦੇ ਵੱਲ ਪਹੁੰਚ ਗਏ। ਪਰ ਫਿਰ ਵੀ ਇਰਾਕ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਮੁੰਡੇ ਮਰਦੇ ਆ, ਪਰ ਫਿਰ ਵੀ ਪੰਜਾਬੀ ਕਹਿੰਦੇ ਵੀ ਸਾਨੂੰ ਭਾਵੇਂ ਇਰਾਕ ਹੀ ਜਾਣਾ ਪੈ ਜੇ ਪਰ ਅਸੀਂ ਇੱਥੇ ਨਹੀਂ ਰਹਿਣਾ, ਕਿਉਂਕਿ ਇੱਥੇ ਉਸ ਤੋਂ ਵੀ ਘਾਤਕ ਬਣਿਆ ਪਿਆ। ਪਰ ਤੁਸੀਂ ਉੱਥੇ ਜਾ ਕੇ ਜੋ ਕੁਝ ਦੇਖਿਆ, ਜੋ ਕੁਝ ਮਹਿਸੂਸ ਕੀਤਾ, ਉਹ ਜਿਹੜੀਆਂ ਕੁੜੀਆਂ ਸੀਗੀਆਂ ਤੁਹਾਡੇ ਨਾਲ ਦੀਆਂ ਵੱਖ-ਵੱਖ ਥਾਵਾਂ ਤੋਂ, ਕੋਈ ਸ਼੍ਰੀਲੰਕਾ ਤੋਂ, ਕੋਈ ਇੰਡੋਨੇਸ਼ੀਆ ਤੋਂ, ਉਹ ਵੀ ਘਰਾਂ ਦੇ ਵਿੱਚੋਂ ਗਰੀਬ ਹੀ ਸੀ ਜਾਂ ਉੱਥੇ ਕੋਈ ਹੋਰ ਵਜ੍ਹਾ ਵੀ ਤੁਹਾਨੂੰ ਨਜ਼ਰ ਆਈ ਆ? ਜੀ ਨਹੀਂ, ਜੋ ਮਤਲਬ ਕਿ ਇੰਡੋਨੇਸ਼ੀਆ ਦੀਆਂ ਸੀਗੀਆਂ ਲੇਡੀਜ਼, ਉਹਨਾਂ ਦੀ ਏਜ ਵੀ ਕਾਫੀ ਸੀਗੀ। ਉਹਨਾਂ ਤੋਂ ਵੀ ਜਿੱਦਾਂ ਜ਼ਬਰਦਸਤੀ ਧੰਦਾ ਕਰਵਾਇਆ ਜਾਂਦਾ ਸੀ। ਉਹਨਾਂ ਦੇ ਕੋਲ ਕੋਈ ਫੋਨ ਨਹੀਂ ਸੀ, ਕੋਈ ਕੁਛ ਨਹੀਂ ਸੀ। ਉਹਨਾਂ ਦੇ ਫੋਨ ਵੀ ਫੜੇ ਹੋਏ ਸੀਗੇ, ਸਾਡਾ ਖੁਦ ਵੀ ਫੋਨ ਫੜਿਆ ਹੋਇਆ ਸੀ ਉਹਨਾਂ ਨੇ। ਮਤਲਬ ਕਿ ਫੋਨ ਸਾਡੇ ਕੋਲ ਸੀਗਾ, ਉਹ ਚੋਰੀ ਦਾ ਰੱਖਿਆ ਹੋਇਆ ਸੀਗਾ। ਅਸੀਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਫੋਨ ਸੀ। 2 ਫੋਨ ਸੀ, ਇੱਕ ਅਸੀਂ ਉਹਨਾਂ ਨੇ ਸਾਡਾ ਫੜ ਲਿਆ ਸੀ, ਇੱਕ ਸਾਡੇ ਕੋਲ ਚੋਰੀ ਦਾ ਫੋਨ ਸੀ। ਫੋਨ ਉਹਨਾਂ ਨੇ ਸਾਰੀਆਂ ਕੁੜੀਆਂ ਦੇ ਘਰ ਵੀ ਕੋਈ ਕਿਸੇ ਨੂੰ ਕਾਲ ਨਹੀਂ ਸੀ ਕਰ ਦਿੰਦੇ। ਸਾਡੀ ਖੁਦ 1.5 ਮੰਥ ਬਾਅਦ ਘਰ ਗੱਲ ਹੋਈ ਸੀ ਜੀ। ਤੇ ਉਹ ਜਿੰਨੀਆਂ ਵੀ ਕੁੜੀਆਂ ਨੇ ਉਹ ਸਾਰੀਆਂ ਮਜਬੂਰੀ ਵਾਸੀ ਇਹ ਕੰਮ ਕਰਦੀਆਂ ਨੇ ਜਾਂ ਤੁਹਾਨੂੰ ਕੁਝ ਹੋਰ ਵੀ ਉੱਥੇ ਜਿਹੜੀਆਂ ਕੁੜੀਆਂ ਹੋਰ ਹਿਸਾਬ ਦੀਆਂ ਵੀ ਮਿਲੀਆਂ? ਜੀ ਨਹੀਂ, ਸਾਨੂੰ ਮਤਲਬ ਕਿ ਜੋ ਵੀ ਅਸੀਂ ਆਪਣੇ ਉੱਥੇ ਰਹਿੰਦਿਆਂ ਦੇਖਿਆ, ਸਾਨੂੰ ਸਭ ਕੁੜੀਆਂ ਮਜਬੂਰ ਹੀ ਸੀਗੀਆਂ, ਕਿਉਂਕਿ ਉਹਨਾਂ ਤੋਂ
ਕੁੱਟਮਾਰ ਕਰਕੇ ਹੀ ਕੰਮ ਕਰਵਾਇਆ ਜਾਂਦਾ ਸੀ। ਬਹੁਤ ਤੁਹਾਡੀ ਇਹ ਦਰਦ ਵਾਲੀ ਕਹਾਣੀ ਹੈ। ਮੈਂ ਸੋਚਦਾ ਵੀ ਇਸ ਕਹਾਣੀ ਨੂੰ ਜੇਕਰ ਨਸ਼ਰ ਨਾ ਕਰਦੇ ਤਾਂ ਜਿਹੜੇ ਵੀ ਹੁਣ ਤੱਕ ਲੋਕ ਸੋਚੀ ਬੈਠੇ ਆ ਕਿ ਅਸੀਂ ਕੁੜੀਆਂ ਚਿੜੀਆਂ ਨੂੰ ਬਾਹਰ ਭੇਜ ਗਏ, ਖਾਸ ਕਰਕੇ ਅਰਬ ਦੇਸ਼ਾਂ ਦੇ ਵਿੱਚ, ਖਾੜੀ ਦੇਸ਼ਾਂ ਦੇ ਵੱਲ, ਹੋ ਸਕਦਾ ਉਹਨਾਂ ਦੇ ਵਿੱਚੋਂ ਕਈਆਂ ਦੀ ਸੋਚ ਆ ਜਿਹੜੀ ਉਹ ਹੁਣ ਤਬਦੀਲ ਹੋਵੇ ਤੁਹਾਡੀ ਇਹ ਕਹਾਣੀ ਸੁਣ ਕੇ, ਕਿਉਂਕਿ ਇਦਾਂ ਵੀ ਹੋ ਸਕਦਾ। ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਰੱਖਣੀ ਚਾਹੀਦੀ ਆ ਵੀ ਅਸੀਂ ਕੁੜੀਆਂ ਚਿੜੀਆਂ ਨੂੰ ਕਈ ਵਾਰ ਭੇਜ ਤਾਂ ਦਿੰਨੇ ਆ, ਪਰ ਇਹੋ ਜਿਹੇ ਹਾਲਾਤ ਦੇ ਵਿੱਚੋਂ ਵੀ ਉਹਨਾਂ ਨੂੰ ਮਜਬੂਰੀ ਦੇ ਵਿੱਚ ਨਿਕਲਣਾ ਪੈਂਦਾ। ਟੈਣਾ ਸਾਹਿਬ, ਮੈਂ ਬਾਰ-ਬਾਰ ਇਹ ਸੋਚ ਰਹੀ ਸੀ ਕਿ 20,000 ਰੁਪਇਆ ਕਿੰਨੀ ਕੁ ਰਕਮ ਹੁੰਦੀ ਹੈ। ਸਾਡੇ ਬੱਚੇ, ਸਾਡੇ ਨੌਜਵਾਨ ਇੰਨੇ ਪੈਸੇ ਦੇ ਲਈ ਵੀ ਅੱਜ ਆਪਣਾ ਮੁਲਕ ਛੱਡ ਕੇ, ਆਪਣੀ ਜਿਹੜੀ ਜਨਮ ਭੋਇਆ ਉਹਨੂੰ ਛੱਡ ਕੇ ਤੇ ਬਾਹਰ ਜਾਣਾ ਚਾਹੁੰਦੇ ਨੇ ਕਿ ਇੰਨੇ ਕੀ ਕਮਾ ਲਈਏ। ਸੋ ਇੱਥੋਂ ਤੁਸੀਂ ਭਾਰਤ ਦੀ ਤਰਾਸਦੀ ਦਾ ਹਿਸਾਬ ਲਗਾ ਸਕਦੇ ਹੋ। ਦੇਖੋ ਹਰਮਨ ਜੀ, ਇਹਦਾ ਦੂਜਾ ਪਹਿਲੂ ਇਹ ਵੀ ਹੈ ਵੀ ਜਦੋਂ ਰੁਜ਼ਗਾਰ ਮੇਲਿਆਂ ਦੇ ਵਿੱਚ MA PhD ਕਰਨ ਵਾਲੇ ਨੂੰ 8,000 ਰੁਪਏ ਦੀ ਨੌਕਰੀ ਦੀ ਪੇਸ਼ਕਸ਼ ਹੋਵੇ ਤੇ ਫਿਰ ਤਾਂ 20,000 ਰੁਪਇਆ ਰਕਮ ਬਹੁਤ ਵੱਡੀ ਲੱਗਦੀ ਹੈ। ਬਿਲਕੁਲ ਸਹੀ। 20,000 ਰੁਪਇਆ ਉਹਦੇ ਲਈ ਬਹੁਤ ਵੱਡੀ ਹੈ ਰਕਮ, ਜਿਹਦੇ ਕੋਲੇ 2,000 ਰੁਪਇਆ ਵੀ ਨਹੀਂ ਹੈ। ਜੀ ਬਿਲਕੁਲ। ਸੋ ਇਹ ਮਜਬੂਰੀ ਦੇ ਵਿੱਚ ਆ ਸਾਰਾ ਕੁਝ। ਜੀ, ਔਰ ਇੱਕ ਚੀਜ਼ ਹੋਰ ਮੈਂ ਇੱਥੇ ਜ਼ਰੂਰ ਬੇਨਤੀ ਨੂੰ ਕਹਿ ਲਓ ਜਾਂ ਉਹ ਜ਼ਰੂਰ ਕਰਨਾ ਚਾਹੁੰਦੀ ਹਾਂ, ਇੱਕ ਧੀ ਹੋਣ ਦੇ ਨਾਤੇ, ਕੁੜੀ ਹੋਣ ਦੇ ਨਾਤੇ ਖਾਸ ਤੌਰ ਤੇ ਅਸੀਂ ਅਕਸਰ ਆਪਣੇ ਰਿਸ਼ਤਿਆਂ ਦੇ ਉੱਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਆ ਵੀ ਸ਼ਾਇਦ ਇਹ ਖੂਨ ਦੇ ਰਿਸ਼ਤੇ ਨੇ, ਹਮੇਸ਼ਾ ਸਾਡਾ ਚੰਗਾ ਹੀ ਸੋਚਣਗੇ, ਹਮੇਸ਼ਾ ਭਲਾ ਹੀ ਕਰਨਗੇ, ਪਰ ਹਮੇਸ਼ਾ ਇਹ ਗੱਲ ਸੱਚੀ ਸਾਬਤ ਨਹੀਂ ਹੁੰਦੀ। ਜਦੋਂ ਵੀ ਕਿਤੇ ਵੀ ਆਪਣੇ ਬੱਚੇ ਨੂੰ ਤੁਸੀਂ ਤੋਰਨਾ ਹੈ, ਖਾਸ ਤੌਰ ਤੇ ਧੀਆਂ ਨੂੰ, ਤਾਂ ਜ਼ਰੂਰ ਇਹ ਫੈਸਲੇ ਸੋਚ ਸਮਝ ਕੇ ਲੈਣੇ ਚਾਹੀਦੇ ਨੇ। ਕੋਈ ਪਤਾ ਨਹੀਂ ਅੱਗੇ ਜਾ ਕੇ ਕੀ ਵਾਪਰਨਾ। ਬਿਲਕੁਲ ਜੀ। ਤੇ ਇੱਕ ਜਾਣਕਾਰੀ ਦਿਓ ਵੀ ਤੁਹਾਨੂੰ ਇੱਕ ਹੋਟਲ ਦੇ ਵੱਲ ਵੀ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਤੁਹਾਨੂੰ ਕਿਹਾ ਗਿਆ ਹੋਟਲ ਦੇ ਵਿੱਚ ਜਾਓ, ਉੱਥੇ ਆਹ ਕੰਮ ਕਰੋ, ਉਹ ਕਹਾਣੀ ਕੀ ਸੀ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਤੁਸੀਂ ਦੱਸੋ। ਹਾਂਜੀ, ਸਾਨੂੰ ਨਾ ਜਿਸ ਟਾਈਮ ਅਸੀਂ ਉਸ ਤੋਂ ਬਾਹਰ ਆਏ, ਉਸ ਤੋਂ ਇੱਕ ਦਿਨ ਪਹਿਲਾਂ ਹੀ ਸਾਡੇ ਨਾਲ ਇਸ ਤਰ੍ਹਾਂ ਗੱਲਬਾਤ ਹੋਈ ਕਿ ਤੁਸੀਂ ਇਸ ਦੇ ਨਾਲ ਜਾਣਾ ਆ, ਦੋਨਾਂ ਨੇ, ਵੀ ਤੁਸੀਂ ਇਹਦੇ ਨਾਲ ਹੋਟਲ ਦੇ ਵਿੱਚ ਜਾਣਾ ਆ ਤੇ ਤੁਹਾਨੂੰ ਸੁਬਾਹ ਆਣ ਕੇ ਲੈ ਜਾਣਗੇ। ਤੇ ਅਸੀਂ ਫਿਰ ਉਸ ਰਾਤ, ਸਾਰੀ ਰਾਤ ਅਸੀਂ ਜਾਗ ਕੇ ਹੀ ਕੱਟੀ ਕਿ ਉਸ ਰਾਤ ਹੀ ਅਸੀਂ ਸੁਬਾਹ 5 ਵਜੇ ਉੱਥੋਂ ਨਿਕਲ ਗਏ। ਅਸੀਂ ਕਿਹਾ ਅਸੀਂ ਰੈਸਟੋਰੈਂਟ ਦਾ ਕੰਮ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਵਰਕ ਸੀ ਉਹ ਸ਼ੋਅ ਨਹੀਂ ਕਰਦੇ ਸੀ। ਇਸ ਤਰ੍ਹਾਂ ਹੀ ਕਹਿੰਦੇ ਸੀ ਕਿ ਰੈਸਟੋਰੈਂਟ ਦਾ ਕੰਮ ਆ, ਨਾ ਕੋਈ ਸੈਲਰੀ ਸ਼ੋਅ ਕਰਦੇ ਸੀ, ਤੇ ਕਹਿ ਰਹੇ ਸੀ ਜਿੰਨੇ ਤੁਸੀਂ ਪੈਸੇ ਚਾਹੋਗੇ ਤੁਹਾਡੇ ਇੰਡੀਆ ਪਾ ਦੇਵਾਂਗੇ, ਜੇ ਤੁਸੀਂ ਹੁਣੇ ਕਹਿੰਦੇ ਤਾਂ ਐਡਵਾਂਸ ਤੁਹਾਡੇ ਘਰ ਪੈਸੇ ਹੁਣੇ ਹੀ ਪਹੁੰਚਦੇ ਕਰ ਦਿੰਨੇ ਆ, ਵੀ ਤੁਹਾਨੂੰ ਲੋੜ ਆ। ਤਾਂ ਅਸੀਂ ਕਿਹਾ ਨਹੀਂ, ਅਸੀਂ ਕੋਈ ਪੈਸੇ ਦੀ ਲੋੜ ਨਹੀਂ ਹੈਗੀ ਸਾਨੂੰ, ਤੇ ਨਾ ਹੀ ਕੋਈ ਏਦਾਂ ਦਾ ਵਰਕ ਕਰ ਸਕਦੇ ਅਸੀਂ। ਜੇ ਕੋਈ ਵਰਕ ਕਰਨਾ ਆ ਤਾਂ ਸਾਨੂੰ ਵਰਕ ਦਾ ਸ਼ੋਅ ਹੋਣਾ ਚਾਹੀਦਾ, ਸੈਲਰੀ ਵੀ ਸ਼ੋਅ ਹੋਣੀ ਚਾਹੀਦੀ, ਵਰਕ ਕਿਹੜਾ ਆ, ਫੇਰ ਅਸੀਂ ਕੰਮ ਕਰ ਸਕਦੇ। ਕਿਉਂਕਿ ਅਸੀਂ ਕੰਮ ਫੇਰ ਹੀ ਕਰ ਸਕਦੇ ਸੀ ਜੇ ਸਾਨੂੰ ਪਤਾ ਹੁੰਦਾ ਕਿ ਵਰਕ ਕਿਹੋ ਜਿਹਾ ਆ। ਤੇ ਕਿਉਂਕਿ ਜੇ ਸਾਡੇ ਵਰਕ ਨਹੀਂ ਕਰਨ ਦੇ ਲਾਇਕ ਤਾਂ ਅਸੀਂ ਹੁਣੇ ਹੀ ਜਵਾਬ ਦੇ ਦਿੰਦੇ, ਕਿਉਂਕਿ ਉਹ ਵਰਕ ਸ਼ੋਅ ਹੀ ਨਹੀਂ ਕਰਦੇ ਸੀ ਕਿਹੜਾ ਵਰਕ ਆ। ਕਹਿੰਦੇ ਸੀ ਸਿੱਧੀ ਤੁਹਾਡੀ ਡਾਕਟਰੀ ਵੀ ਹੋ ਜਾਊਗੀ, ਤੁਸੀਂ ਇਹਨਾਂ ਦੇ ਨਾਲ ਜਾਓਗੇ, ਅੱਜ ਹੀ ਕੱਲ ਨੂੰ ਹੀ ਤੁਹਾਡੀ ਡਾਕਟਰੀ ਹੋ ਜਾਣੀ ਹੈ, ਤੇ ਤੁਸੀਂ ਇੱਥੋਂ ਹੀ ਜਾਣਾ ਦੋਵਾਂ ਭੈਣਾਂ ਨੇ। ਅਸੀਂ ਕਿਹਾ ਇਹ ਅਸੀਂ ਉਹਨਾਂ ਨੂੰ ਜਵਾਬ ਤਾਂ ਚਲੋ ਨਹੀਂ ਦਿੱਤਾ ਉਸ ਦਿਨ। ਫਿਰ ਅਸੀਂ, ਕਿਉਂਕਿ ਅਸੀਂ ਪਹਿਲਾਂ ਹੀ 1 ਮੰਥ ਤੋਂ ਜਵਾਬ ਦਿੰਦੇ ਆ ਰਹੇ ਸੀ, ਸਾਡੇ ਤੇ ਦਬਾਅ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਉਹ ਜ਼ਬਰਦਸਤੀ ਹੀ ਕਰਨ ਲੱਗ ਗਏ ਸੀ ਸਾਡੇ ਨਾਲ। ਤੇ ਫਿਰ ਅਸੀਂ ਉਸ ਰਾਤ ਨੂੰ ਫਿਰ ਏਦਾਂ ਹੀ ਸੋਚਿਆ ਕਿ ਅਸੀਂ ਇੱਥੇ ਹੁਣ ਰਹਿ ਤਾਂ ਨਹੀਂ ਸਕਦੇ, ਮਜਬੂਰ ਹੋ ਗਏ ਅਸੀਂ ਉੱਥੇ ਰਹਿਣ ਲਈ ਵੀ, ਕਿਉਂਕਿ ਸਾਡਾ ਖਾਣਾ ਵੀ ਬੰਦ ਕਰ ਦਿੱਤਾ ਸੀ। ਪਹਿਲਾਂ ਹੀ 2 ਮਹੀਨੇ ਅਸੀਂ ਚੌਲ ਖਾਦੇ ਸੀ ਉੱਥੇ, 2 ਮਹੀਨੇ ਚੌਲ ਹੀ ਮਿਲਦੇ ਰਹੇ ਸੀ। ਫਿਰ ਇਹਨਾਂ ਨੇ ਉਹ ਵੀ ਬੰਦ ਕਰ ਦਿੱਤੇ ਸਾਡੇ। ਉਸ ਤੋਂ ਬਾਅਦ ਅਸੀਂ ਉਹ ਰਾਤ ਨੂੰ, ਸਾਰੀ ਰਾਤ ਅਸੀਂ ਜਾ ਕੱਟੀ, ਉਦੋਂ ਰੋਜ਼ੇ ਚੱਲਦੇ ਹੁੰਦੇ ਸੀ। ਅੱਛਾ ਜੀ। ਤੇ ਸੁਬਾਹ 5 ਵਜੇ ਜਦੋਂ, ਫਿਰ ਅਸੀਂ 3 ਲੜਕੀਆਂ ਸੀ ਪੰਜਾਬ ਤੋਂ, ਅੰਮ੍ਰਿਤਸਰ ਦੀ ਇੱਕ ਲੜਕੀ ਸੀ, ਇੱਕ ਉਹ ਤੇ ਅਸੀਂ ਦੋਨੋਂ ਭੈਣਾਂ। ਉੱਥੋਂ ਰਾਤ ਨੂੰ ਅਸੀਂ 5 ਵਜੇ ਨਿਕਲੇ, ਕੰਧ ਟੱਪ ਕੇ ਫਿਰ ਬਾਹਰ ਆਏ। ਫਿਰ ਸਾਨੂੰ ਇੱਕ ਲੜਕੀ ਨੇ ਕਿਹਾ ਸੀ ਕਿ ਤੁਸੀਂ ਐਮਬੈਸੀ ਜਾਓ। ਫਿਰ ਅਸੀਂ ਐਮਬੈਸੀ ਗਏ, ਫਿਰ ਟੈਕਸੀ ਲਈ ਅਸੀਂ ਐਮਬੈਸੀ ਪਹੁੰਚੇ। ਐਮਬੈਸੀ ਜਾ ਕੇ ਇਸ ਤਰ੍ਹਾਂ ਕਰਕੇ ਰਿਪੋਰਟ ਦਰਜ ਕਰਾਈ। ਉੱਥੇ ਗੁਰਵਿੰਦਰ ਵੀਰ ਜੀ ਮਿਲੇ ਸਾਨੂੰ ਐਮਬੈਸੀ ਦੇ ਮੋਹਰੇ। ਉਹ ਅਚਾਨਕ ਮਿਲੇ? ਹਾਂਜੀ, ਉਹ ਅਚਾਨਕ ਮਿਲੇ, ਕਿਉਂਕਿ ਅਸੀਂ ਉਸ ਟਾਈਮ ਹਾਲਾਤ ਹੀ ਸਾਡੇ ਇਸ ਤਰ੍ਹਾਂ ਦੇ ਸੀਗੇ, ਕਿਉਂਕਿ ਅਸੀਂ ਪੈਰਾਂ ਤੋਂ ਵੀ ਨੰਗੇ ਸੀ। ਉਹਨਾਂ ਨੇ ਪੈਰਾਂ ਤੋਂ ਨੰਗੇ ਦੇਖ ਕੇ ਸਾਨੂੰ ਪੁੱਛਿਆ ਕਿ ਬੀਬਾ ਤੁਸੀਂ ਕਿੱਥੋਂ ਆ? ਫਿਰ ਦੱਸਿਆ ਕਿ ਅਸੀਂ ਪੰਜਾਬ ਤੋਂ ਆ, ਕਿ ਇਸ ਤਰ੍ਹਾਂ ਕਰਕੇ ਅਸੀਂ ਆਏ ਆ। ਫਿਰ ਉਹਨਾਂ ਨੇ ਸਾਡੀ ਹੈਲਪ ਕੀਤੀ। ਅੱਛਾ ਜੀ। ਹਾਂਜੀ, ਉਹਨਾਂ ਦੇ ਕੋਲ ਹੀ ਅਸੀਂ 1 ਮੰਥ ਰੁਕੇ। ਉਸ ਤੋਂ ਬਾਅਦ ਹਰਨੇਕ ਵੀਰ ਜੀ ਉਹਨਾਂ ਦੇ ਕੰਟੈਕਟ ਵਿੱਚ ਆਏ, ਸਤਵੀਰ ਵੀਰ ਜੀ, ਤੇ ਉਹਨਾਂ ਦੇ ਕੰਟੈਕਟ ਵਿੱਚ ਆਉਣ ਤੋਂ ਬਾਅਦ ਅਸੀਂ ਉੱਥੇ 1 ਮੰਥ ਰੁਕੇ ਗੁਰਵਿੰਦਰ ਵੀਰ ਜੀ ਉਹਨਾਂ ਕੋਲ। ਉਸ ਤੋਂ ਬਾਅਦ ਅਸੀਂ ਹਰਨੇਕ ਸਿੰਘ ਰੰਧਾਵਾ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਇੱਕ ਸਿੱਖ ਫੈਮਿਲੀ ਦੇ ਵਿੱਚ, ਪੰਜਾਬੀ ਫੈਮਿਲੀ ਦੇ ਵਿੱਚ ਰੱਖਿਆ ਤੇ ਜਿੰਨਾ ਟਾਈਮ ਅਸੀਂ ਉੱਥੇ ਹੀ ਰਹੇ, ਜਿੰਨਾ ਟਾਈਮ ਇੰਡੀਆ ਨਹੀਂ ਆਏ। ਟਿਕਟ ਵੀ ਸਾਡੀ ਹਰਨੇਕ ਵੀਰ ਜੀ ਉਹਨਾਂ ਨੇ ਹੀ ਕਰਵਾ ਕੇ ਦਿੱਤੀ। ਤੁਹਾਨੂੰ ਇਹਨਾਂ 4 ਮਹੀਨਿਆਂ ਦੇ ਵਿੱਚ
ਜੋ ਵੀ ਤੁਸੀਂ ਕਿਤੇ ਕੰਮ ਤੇ ਗਏ ਹੋ, ਤੁਹਾਨੂੰ ਇਸ ਕੰਮ ਤੋਂ ਬਿਨਾ ਕੋਈ ਹੋਰ ਵੀ ਕੰਮ ਮਿਲਿਆ ਸੀਗਾ ਵੀ ਭਾਈ ਤੁਸੀਂ ਸੱਚੀ ਮੁੱਚੀ ਆਹੀ ਕੰਮ ਕਰਨਾ, ਜਿਹੜੇ ਕੰਮ ਦੇ ਲਈ ਤੁਹਾਨੂੰ ਕਰਾਰ ਕਰਕੇ ਅਸੀਂ ਸੱਦਿਆ ਇੱਥੇ, ਉਸ ਕੰਮ ਦੇ ਵੱਲ ਵੀ ਤੋਰਿਆ ਗਿਆ ਕਿ ਨਹੀਂ ਇੱਕ ਵੀ ਦਿਨ? ਜੀ ਨਹੀਂ, ਉੱਥੇ ਜਾ ਕੇ ਤੇ ਸਾਨੂੰ ਇਹ ਕੰਮ ਸ਼ੋਅ ਵੀ ਨਹੀਂ ਕੀਤਾ ਗਿਆ ਕਿ ਸਾਨੂੰ ਮਾਲ ਦੇ ਕੰਮ ਵਿੱਚ, ਸਿਰਫ ਗਿਆ ਹੀ ਸੀ ਬਟ ਸਾਨੂੰ ਕੋਈ ਵੀ ਇਦਾਂ ਮਾਲ ਦੇ ਵਿੱਚ ਨਹੀਂ ਕੰਮ ਲਈ ਲੈ ਕੇ ਗਏ, ਨਾ ਹੀ ਦੱਸਿਆ। ਪਰ ਇੱਕ ਚੀਜ਼ ਇੱਥੇ ਜ਼ਰੂਰ ਸਾਫ਼ ਕਰਿਓ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਤੁਹਾਡਾ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਖਾੜੀ ਦੇਸ਼ਾਂ ਨਾਲ ਜੁੜੇ ਹੋਏ ਇਹੋ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ। ਖਾਸ ਤੌਰ ਤੇ ਜਲੰਧਰ ਜ਼ਿਲ੍ਹੇ ਦੀ ਜੇ ਮੈਂ ਗੱਲ ਕਰਾਂ ਤਾਂ ਇੱਥੋਂ ਵੀ ਬਹੁਤ ਸਾਰੇ ਮਾਮਲੇ ਨਿਕਲੇ ਨੇ। ਤੁਸੀਂ ਅਖਬਾਰਾਂ ਦੇ ਵਿੱਚ ਜਾਂ ਪਹਿਲਾਂ ਕਿਤੋਂ ਸੁਣਿਆ ਨਹੀਂ ਸੀ ਵੀ ਖਾੜੀ ਦੇਸ਼ਾਂ ਦੇ ਵਿੱਚ ਬਹੁਤੀਆਂ ਜਿਹੜੀਆਂ ਕੁੜੀਆਂ ਜਾਂਦੀਆਂ ਨੇ ਉਹਨਾਂ ਦੇ ਨਾਲ ਆ ਕੁਝ ਵੀ ਹੁੰਦਾ? ਜੀ ਨਹੀਂ, ਕਦੇ ਸੁਣਿਆ ਨਹੀਂ ਸੀ, ਕਦੇ ਪੜ੍ਹਿਆ ਨਹੀਂ ਸੀ? ਨਹੀਂ, ਕਦੇ ਸੁਣਿਆ ਨਹੀਂ, ਨਾ ਕਦੇ ਪੜ੍ਹਿਆ। ਪਰ ਮੈਨੂੰ ਇਸ ਗੱਲ ਦੇ ਉੱਤੇ ਬੇਹੱਦ ਹੈਰਾਨੀ ਹੁੰਦੀ ਆ ਵੀ ਤੁਸੀਂ ਵਾਪਸ ਵੀ ਪਰਤ ਆਏ, ਪੰਜਾਬ ਦਾ ਹੀ ਏਜੰਟ ਆ ਜਿਹਨੇ ਤੁਹਾਨੂੰ ਇਸ ਤਰੀਕੇ ਨਾਲ ਫਸਾ ਦਿੱਤਾ। ਨਹੀਂ, ਪਾਕਿਸਤਾਨੀ ਏਜੰਟ ਸੀ। ਸਿਰਫ ਪੰਜਾਬ ਦਾ ਨਹੀਂ ਆ ਉਹ? ਨਹੀਂ। ਕੋਈ ਪੁਲਿਸ ਦੇ ਕੋਲੇ ਆ ਕੇ ਤੁਸੀਂ ਸ਼ਿਕਾਇਤ ਹੀ ਨਹੀਂ ਕੀਤੀ? ਨਹੀਂ। ਉਹ ਕਿਉਂ ਨਹੀਂ ਕੀਤੀ? ਕਿਉਂਕਿ ਫੈਮਿਲੀ ਦੇ ਵਿੱਚੋਂ ਕੋਈ ਪਿੱਛੇ ਸਪੋਰਟ ਕਰਨ ਵਾਲਾ ਨਹੀਂ ਹੈ, ਇਸ ਲਈ। ਤੇ ਤੁਹਾਨੂੰ ਉਸ ਪਾਕਿਸਤਾਨੀ ਏਜੰਟ ਦੇ ਨਾਲ ਮਿਲਵਾਇਆ ਸੀ ਤੁਹਾਡੀ ਮਾਮੇ ਦੀ ਕੁੜੀ ਨੇ, ਹਾਂਜੀ। ਤੇ ਉਹ ਪਾਕਿਸਤਾਨੀ ਏਜੰਟ ਦੇ ਖਾਤੇ 'ਚ ਪੈਸੇ ਤੁਸੀਂ ਪਾਏ ਸੀ? ਜੀ ਨਹੀਂ, ਅਸੀਂ ਮਾਮੀ ਜੀ ਨੂੰ ਦਿੱਤੇ। ਅੱਛਾ, ਇੱਥੇ ਪੰਜਾਬ ਦੇ ਵਿੱਚ? ਹਾਂਜੀ। ਫਿਰ ਜਦੋਂ ਤੁਸੀਂ ਵਾਪਸ ਆ ਗਏ, ਤੁਹਾਡੇ ਨਾਲ ਬਹੁਤ ਬੁਰਾ ਹੋਇਆ, ਫਿਰ ਤੁਸੀਂ ਪੰਚਾਇਤ ਲੈ ਕੇ ਜਾਂ ਰਿਸ਼ਤੇਦਾਰ ਲੈ ਕੇ ਮਾਮੀ ਦੇ ਘਰੇ ਕਿਉਂ ਨਹੀਂ ਗਏ? ਮੰਮੀ ਹੁਣੀ ਗਏ ਸੀਗੇ ਬਟ ਪੰਚਾਇਤ ਲੈ ਕੇ ਨਹੀਂ, ਖੁਦ ਹੀ ਗਏ ਸੀਗੇ। ਉਹਨਾਂ ਨੇ ਕੋਈ ਮਤਲਬ ਕਿ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ। ਉਹਨਾਂ ਨਾਲ ਕਹਿ ਰਹੇ ਸੀ ਕਿ ਜਦੋਂ ਮੇਰੀ ਲੜਕੀ ਆਏਗੀ ਉਦੋਂ ਗੱਲ ਕਰਾਂਗੇ। ਹਾਂਜੀ। ਤੇ ਲੜਕੀ ਦਾ ਪਤਾ ਕੋਈ ਨਹੀਂ ਕਦੋਂ ਆਏਗੀ? ਨਹੀਂ। ਪਰ ਤੁਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਹੋ ਇਨਸਾਫ ਹੋਣਾ ਚਾਹੀਦਾ ਹੈ। ਮੈਂ ਫਿਰ ਉਸੇ ਗੱਲ ਤੇ ਆਉਣੀ ਆ, ਜਦ ਤੱਕ ਕੋਈ ਕਾਰਵਾਈ ਨਹੀਂ ਕਰੋਗੇ ਤਾਂ ਇਨਸਾਫ ਕਿਵੇਂ ਹੋਏਗਾ? ਘਰ ਬੈਠਿਆਂ ਤਾਂ ਕਦੇ ਇਨਸਾਫ ਨਹੀਂ ਮਿਲਣਾ। ਤੁਹਾਡੇ ਮਾਮੇ ਦੀ ਕੁੜੀ ਨੇ ਤਾਂ ਇਹ ਗੱਲ ਕਹਿ ਦੇਣੀ ਆ ਵੀ ਭਾਈ ਮੇਰੇ ਤਾਂ ਇਹ ਕਹਿਣੇ ਦੇ ਵਿੱਚੋਂ ਨਿਕਲ ਗਈਆਂ ਤੇ ਮੈਂ ਤਾਂ ਇਹਨੂੰ ਕੋਈ ਗਲਤ ਰਾਹ ਦੇ ਉੱਤੇ ਤੋਰਿਆ ਹੀ ਨਹੀਂ, ਇਹ ਤਾਂ ਝੂਠ ਬੋਲਦੀਆਂ। ਤੁਹਾਡੇ ਤੇ ਕੋਈ ਦੋਸ਼ ਉਹ ਲਗਾ ਦੇਣ ਫਿਰ। ਠੀਕ ਹੈ ਨਾ, ਜਦੋਂ ਕੋਈ ਤੁਹਾਡੇ ਕੋਲੇ ਸਬੂਤ ਨਹੀਂਗਾ ਵੀ ਮਾਮੇ ਦੀ ਕੁੜੀ ਨੇ ਸਾਨੂੰ ਗਲਤ ਤਰੀਕੇ ਨਾਲ ਫਸਾਤਾ ਜਾਂ ਕੋਈ ਵੀ ਜੋ ਤੁਸੀਂ ਇਸ ਵਕਤ ਬੋਲ ਰਹੇ ਹੋ, ਇਹੀ ਸਾਰੀ ਗੱਲ ਆ ਮੇਨ, ਇਹੀ ਸਬੂਤ ਆ ਵੱਡਾ। ਪਰ ਇਸ ਤੋਂ ਬਿਨਾਂ ਜਦੋਂ ਸਬੂਤ ਕੋਈ ਨਹੀਂ ਤਾਂ ਫਿਰ ਕਾਰਵਾਈ ਕਿਹਦੇ ਉੱਤੇ ਹੋਊਗੀ? ਕਿਉਂਕਿ ਜਦੋਂ ਆਪਾਂ ਕਿਤੇ ਕਾਨੂੰਨ ਦੇ ਵੱਲ ਜਾਂਦੇ ਆ, ਕੋਈ ਸਾਡੇ ਕੋਲੇ ਸਬੂਤ, ਕੋਈ ਕਾਗਜ਼ ਪੱਤਰ, ਕੋਈ ਗੱਲਬਾਤ ਦੀ ਰਿਕਾਰਡਿੰਗ, ਕੋਈ ਵੀਡੀਓ, ਕੋਈ ਆਡੀਓ, ਕੁਛ ਨਾ ਕੁਛ ਤਾਂ ਤੁਹਾਡੇ ਕੋਲੇ ਹੋਣਾ ਚਾਹੀਦਾ। ਹਾਂਜੀ, ਰਿਕਾਰਡਿੰਗਸ ਹੈਗੀਆਂ ਸੀਗੀਆਂ। ਉਹ ਮੈਂ ਹਰਨੇਕ ਸਿੰਘ ਵੀਰ ਜੀ ਹੁਣਾਂ ਨੂੰ ਪਹਿਲਾਂ ਹੀ ਜੋ ਵੀ ਸਾਡੇ ਨਾਲ ਉੱਥੇ ਗੱਲਬਾਤ ਹੁੰਦੀ ਰਹੀ ਉਹ ਮੈਂ ਨਾਲ ਦੀ ਨਾਲ ਉਹਨਾਂ ਨੂੰ ਸੈਂਡ ਕਰਦੀ ਰਹੀ ਹਾਂ, ਤਾਂ ਕਿ ਉਹ ਫਿਰ ਹੀ ਉਹਨਾਂ ਨੇ ਸਾਡੀ ਜੋ ਵੀ ਅੱਗੇ ਦੀ ਕਾਰਵਾਈ ਸਾਡੀ ਕੀਤੀ ਸਾਨੂੰ ਇੰਡੀਆ ਤੱਕ ਵਾਪਸ ਲੈ ਕੇ ਆਉਣ ਦਾ, ਕਿਉਂਕਿ ਉਹਨਾਂ ਨੂੰ ਵੀ ਕੋਈ ਨਾ ਕੋਈ ਸਬੂਤ ਮਿਲਦਾ ਕਿ ਹਾਂ ਅਸੀਂ ਆਪਣੀ ਜਗ੍ਹਾ ਤੇ ਠੀਕ ਆ, ਫਿਰ ਹੀ ਉਹਨਾਂ ਨੇ ਅੱਗੇ ਦੀ ਕਾਰਵਾਈ ਕੀਤੀ, ਫਿਰ ਸਾਨੂੰ ਇੱਥੇ ਪਹੁੰਚਾਇਆ। ਪਰ ਜਦੋਂ ਤੁਸੀਂ ਵਾਪਸ ਆ ਗਏ ਹੋ ਜਾਂ ਜਿਸ ਦੌਰਾਨ ਤੁਸੀਂ ਉੱਥੋਂ ਭੱਜ ਗਏ, ਉਸ ਤੋਂ ਬਾਅਦ ਵਿੱਚ ਤੁਹਾਡਾ ਆਪਣੇ ਮਾਮੇ ਦੀ ਕੁੜੀ ਦੇ ਨਾਲ ਜਾਂ ਜਿੱਥੇ ਤੁਸੀਂ ਤੁਹਾਨੂੰ ਕੰਮ ਤੇ ਲਿਜਾਇਆ ਗਿਆ ਸੀ ਉੱਥੇ ਦੇ ਕਿਸੇ ਬੰਦੇ ਦੇ ਨਾਲ ਕੋਈ ਰਾਬਤਾ, ਕੋਈ ਗੱਲਬਾਤ ਹੋਈ ਤੁਹਾਡੀ? ਕੋਈ ਤਕਰਾਰਬਾਜ਼ੀ, ਕੋਈ ਬੋਲ ਬੁਲਾਰਾ ਹੋਇਆ ਕਿ ਨਹੀਂ? ਮਾਮਾ ਜੀ ਦੀ ਕੁੜੀ ਦੇ ਨਾਲ ਹੋਇਆ ਸੀ। ਉਹ ਸਾਨੂੰ ਮਤਲਬ ਕਿ ਕਾਲ ਤੇ ਉਹਨੇ ਮੇਰੀ ਗੱਲ ਹੋਈ ਸੀ, ਕਹਿ ਰਹੀ ਸੀ ਤੁਸੀਂ ਬਿਨਾਂ ਦੱਸੇ ਉੱਥੋਂ ਭੱਜ ਆਈਆਂ, ਇੱਕ ਵਾਰੀ ਮੈਨੂੰ ਦੱਸ ਤਾਂ ਦਿੰਦੀਆਂ। ਉਹਨੇ ਕਾਫੀ ਹੋਰ ਵੀ ਗੱਲਾਂ ਕਹੀਆਂ ਸਾਨੂੰ, ਜਿਸ ਤਰ੍ਹਾਂ ਗਾਲਾਂ ਵੀ ਕੱਢੀਆਂ ਸੀ। ਉਹਨੇ ਬੋਲ ਰਹੀ ਸੀ ਕਾਫੀ ਕੁਛ ਉਲਟਾ ਸਿੱਧਾ ਕਿ ਤੁਸੀਂ ਇੱਥੋਂ ਭੱਜ ਆਈਆਂ, ਤੁਸੀਂ ਤੁਹਾਡਾ ਇੱਕ ਵਾਰੀ ਦੱਸਣ ਦਾ ਫਰਜ਼ ਨਹੀਂ ਸੀ, ਜੇ ਤੁਸੀਂ ਮੈਨੂੰ ਨਹੀਂ ਦੱਸਦੀਆਂ ਕਮ ਸੇ ਕਮ ਤੁਸੀਂ ਆਪਣੀ ਫੈਮਿਲੀ ਨੂੰ ਤਾਂ ਦੱਸਦੀਆਂ, ਕਿਉਂਕਿ ਉਹਨੂੰ ਇਹ ਚੀਜ਼ ਨਹੀਂ ਸੀ ਸ਼ੋਅ ਕਿ ਅਸੀਂ ਆਪਣੀ ਫੈਮਿਲੀ ਨੂੰ ਦੱਸਿਆ ਜਾਂ ਨਹੀਂ ਦੱਸਿਆ, ਕਿਉਂਕਿ ਅਸੀਂ ਆਪਣੀ ਫੈਮਿਲੀ ਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਸਾਨੂੰ ਇੱਥੇ ਇਦਾਂ ਦੀ ਪ੍ਰੋਬਲਮ ਆ ਤੇ ਅਸੀਂ ਉੱਥੇ ਭੱਜਣ ਲੱਗੀਆਂ, ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀ। ਬਟ ਉਹਨੂੰ ਨਹੀਂ ਸੀ ਪਤਾ, ਕਿਉਂਕਿ ਅਸੀਂ ਉਹਨਾਂ ਨੂੰ ਸ਼ੋਅ ਨਹੀਂ ਸੀ ਕੀਤਾ ਕਿ ਸਾਡੀ ਫੈਮਿਲੀ ਨੂੰ ਪਤਾ ਹੈ, ਕਿਉਂਕਿ ਸਾਡੀ ਫੈਮਿਲੀ ਸੀ ਜੋ ਬਾਰ-ਬਾਰ ਉਹਨਾਂ ਦੇ ਘਰ ਕਾਲ ਕਰਕੇ ਉਹਨੂੰ ਕਾਲ ਕਰਕੇ ਪਰੇਸ਼ਾਨ ਕਰ ਰਹੀ ਸੀ। ਸਾਡੀਆਂ ਕੁੜੀਆਂ ਦਾ 1 ਮੰਥ ਤੋਂ ਫੋਨ ਨਹੀਂ ਆਇਆ, ਤੂੰ ਇਹ ਦੱਸ ਵੀ ਉਹ ਹੈਗੀਆਂ ਕਿੱਥੇ ਨੇ, ਸਾਡੀ ਕੋਈ ਗੱਲ ਨਹੀਂ ਹੋਈ। ਤੇ ਉਹ ਖੁਦ ਅੱਗੇ ਕਹਿ ਰਹੀ ਸੀ ਕਿ ਮੈਨੂੰ ਨਹੀਂ ਪਤਾ ਉਹ ਕਿੱਥੇ ਆ, ਉਹ ਉੱਥੋਂ ਭੱਜ ਗਈਆਂ ਨੇ। ਇਸ ਕਰਕੇ ਸਾਡੀ ਫੈਮਿਲੀ ਨੂੰ ਤਾਂ ਪਤਾ ਸੀ, ਉਹ ਵਾਰ-ਵਾਰ ਮਤਲਬ ਕਿ ਕਾਲ ਕਰਕੇ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਤੁਸੀਂ ਇਹਦਾ ਪਤਾ ਲਗਾਓ ਉਹ ਹੈ ਕਿੱਥੇ ਨੇ, ਅਸੀਂ ਤਾਂ ਤੁਹਾਨੂੰ ਹੀ, ਤੁਹਾਡੀ ਰਿਸਪੌਂਸਿਬਿਲਿਟੀ ਸੀ, ਤੂੰ ਸੱਦੀਆਂ ਸੀਗੀਆਂ, ਤੂੰ ਛੱਡ ਕੇ ਆਈ ਜਿੱਥੇ ਵੀ ਸੀਗੀਆਂ, ਤੈਨੂੰ ਪਤਾ ਹੋਣਾ ਚਾਹੀਦਾ ਉਹ ਹੈਗੀਆਂ ਕਿੱਥੇ ਨੇ। ਤੇ ਉਸ ਤੋਂ ਬਾਅਦ ਮਤਲਬ ਕਿ ਜਿੱਦਾਂ ਗੱਲ ਹੋਈ ਮਾਮਾ ਜੀ ਦੀ ਕੁੜੀ ਨੇ, ਉਹਨੇ ਫਿਰ ਵੀ ਸਾਨੂੰ ਇਸ ਤਰ੍ਹਾਂ ਹੀ ਕਿਹਾ ਸੀ ਤੁਸੀਂ ਉੱਥੋਂ ਭੱਜ ਤਾਂ ਆਈਆਂ ਆ, ਤੁਸੀਂ ਆਪਣੇ ਪੈਸੇ ਦੇ ਦਿਓ ਤੇ ਆਪਣੇ ਪਾਸਪੋਰਟ ਲੈ ਜਾਓ, ਜਿੱਥੇ ਮਰਜ਼ੀ ਜਾ ਸਕਦੀਆਂ ਤੁਸੀਂ। ਪੈਸੇ ਕਿੰਨੇ? 2 ਲੱਖ ਰੁਪਏ। ਅੱਛਾ, ਮਤਲਬ ਤੁਹਾਨੂੰ ਵੇਚਿਆ ਸੀਗਾ? ਤੁਹਾਨੂੰ ਇਸ ਗੱਲ ਤੋਂ ਇਹ ਪੱਕਾ ਹੋ ਗਿਆ ਵੀ ਸਾਡੀ ਸੌਦਾ ਹੋ ਚੁੱਕਿਆ, ਸਾਡਾ ਸਾਨੂੰ ਵੇਚਿਆ ਜਾ ਚੁੱਕਿਆ? ਹਾਂਜੀ, ਕਿਉਂਕਿ ਸਾਨੂੰ ਉਹਨੇ ਖੁਦ ਇੰਨੀ ਗੱਲ ਵੀ ਕਹੀ ਸੀ ਕਿ ਜਿਹੜੇ ਪੈਸੇ ਕਹਿੰਦੇ, ਉਹਨੇ ਇਹ ਨਹੀਂ ਸੀ ਚੀਜ਼ ਸ਼ੋਅ ਕੀਤੀ ਕਿ ਉਹਨੇ ਵੀ ਪੈਸੇ ਵਿੱਚੋਂ ਲਏ। ਸਾਨੂੰ ਉਹ ਕਹਿ ਰਹੀ ਸੀਗੀ ਕਿ ਜੋ ਵੀ ਤੁਹਾਡੇ ਪਾਸਪੋਰਟ ਉੱਥੇ ਪਏ ਆ, ਏਜੰਟ ਨੇ ਉਹ ਪੈਸੇ ਲਏ ਸੀਗੇ ਤੇ ਉਹ ਏਜੰਟ ਹੁਣ ਮੇਰੇ ਤੋਂ ਪੈਸੇ ਵਾਪਸ ਮੰਗ ਰਿਹਾ ਆ ਤੇ ਤੁਸੀਂ ਉਹਦੇ ਪੈਸੇ ਦੇ ਦਿਓ, ਮੇਰੇ ਤੋਂ ਇੰਨੇ ਪੈਸੇ ਹੈ ਨਹੀਂ ਗੇ, ਤੁਸੀਂ ਪੈਸੇ ਦੇ ਕੇ ਆਪਣੇ ਪਾਸਪੋਰਟ ਲੈ ਜਾਓ। ਉੱਥੇ ਜਿੰਨੀਆਂ ਵੀ ਹੋਰ ਕੁੜੀਆਂ ਸੀ ਉਹਨਾਂ ਚੋਂ ਕਿਸੇ ਨੇ ਤੁਹਾਨੂੰ ਇਹ ਕਿਹਾ ਵੀ ਜੇਕਰ ਇੱਥੋਂ ਬਾਹਰ ਜਾਣਾ ਹੋਇਆ ਜਾਂ ਮੈਨੂੰ ਵੀ ਨਾਲ ਲੈ ਚੱਲਿਓ, ਕੋਈ ਰਾਬਤਾ ਸਾਡੇ ਨਾਲ ਵੀ ਕਾਇਮ, ਜਾਂ ਕਿਸੇ ਹੋਰ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੁਹਾਡੇ ਤੋਂ? ਹਾਂਜੀ, ਸਾਡੇ ਤੋਂ ਪਹਿਲਾਂ ਵੀ 3 ਲੇਡੀਜ਼ ਉੱਥੋਂ ਭੱਜੀਆਂ ਸੀਗੀਆਂ, ਬਟ ਜਿੱਦਾਂ ਉਹਨਾਂ ਦੀ ਏਜ ਕਾਫੀ ਸੀ, ਉਹਨਾਂ ਨੇ ਜਿੱਦਾਂ ਮਤਲਬ ਕਿ ਕਾਫੀ ਮਤਲਬ ਕਿ ਕੰਧ ਉੱਚੀ ਸੀ, ਉੱਥੋਂ ਛਾਲ ਮਾਰੀ
ਤੇ ਬਟ ਉਹਨਾਂ ਦੇ ਜਿੱਦਾਂ ਪੈਰ ਨੂੰ ਇੱਕ ਦੇ ਮੋਚ ਆ ਗਈ ਸੀ ਤੇ ਜਿਹੜੀਆਂ ਦੋ ਨਾਲ ਦੀਆਂ ਸੀਗੀਆਂ ਉਹਨਾਂ ਨੇ ਵੀ ਰੌਲਾ ਪਾਉਣਾ ਸਟਾਰਟ ਕਰ ਦਿੱਤਾ ਸੀ। ਫਿਰ ਉਹ ਤਿੰਨੇ ਹੀ ਉੱਥੋਂ ਫੜੀਆਂ ਗਈਆਂ ਸੀਗੀਆਂ, ਉਹਨਾਂ ਨੂੰ ਫੜ ਕੇ ਫਿਰ ਵਾਪਸ ਉੱਥੇ ਹੀ ਲੈ ਆਂਦਾ ਗਿਆ ਸੀਗਾ। ਅੱਛਾ, ਇਸ ਤਰੀਕੇ ਦੇ ਨਾਲ ਪਸ਼ੂਆਂ ਵਾਂਗੂ ਰੱਖਦੇ ਆ ਤੇ ਹਾਂਜੀ ਜਿਵੇਂ ਵਾੜੇ ਦੇ ਵਿੱਚ ਅਸੀਂ ਪਸ਼ੂ ਰੱਖ ਲੈਨੇ ਆ, ਹਾਂਜੀ ਇਹ ਤਾਂ ਬੜੀ ਦੁਖਦਾਈ ਗੱਲ ਆ। ਕੀ ਉੱਥੋਂ ਦੇ ਪ੍ਰਸ਼ਾਸਨ ਨੂੰ, ਉੱਥੋਂ ਦੀ ਪੁਲਿਸ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ? ਮਤਲਬ ਕਿ ਉੱਥੋਂ ਦੇ ਪ੍ਰਸ਼ਾਸਨ, ਮੈਨੂੰ ਲੱਗਦਾ ਨਹੀਂ ਕਿ ਉੱਥੋਂ ਦੀ ਇਦਾਂ ਦੀ ਕੋਈ ਵੀ ਕਾਰਵਾਈ ਕਰਦੇ ਨੇ। ਅੱਛਾ, ਹਾਂਜੀ ਨਹੀਂ ਹੋ ਸਕਦਾ ਵੀ ਗੱਲ ਬਾਹਰ ਹੀ ਨਾ ਨਿਕਲਦੀ ਹੋਵੇ, ਉਹ ਭਿਣਕ ਨਾ ਪੈਣ ਦਿੰਦੇ ਹੋਣ। ਕਿਉਂਕਿ ਸਾਡੇ ਤੋਂ ਪਹਿਲਾਂ ਵੀ ਸਾਡੇ ਉੱਥੇ ਰਹਿੰਦਿਆਂ ਹੋਇਆਂ ਇੱਕ ਕੁੜੀ ਨੇ ਮਤਲਬ ਕਿ ਪੁਲਿਸ ਦੇ ਨਾਲ ਇਦਾਂ ਕੰਟੈਕਟ ਕੀਤਾ, ਉਸ ਆਫਿਸ ਦੇ ਵਿੱਚ ਪੁਲਿਸ ਆਈ ਵੀ ਬਟ ਉਹਨਾਂ ਨੇ ਅੰਦਰ ਆ ਕੇ ਕੋਈ ਕਾਰਵਾਈ ਨਹੀਂ ਕੀਤੀ, ਕਿਸੇ ਨੂੰ ਪੁੱਛਿਆ ਨਹੀਂ ਕਿ ਉਹ ਕੁੜੀ ਨੇ ਕਿਉਂ ਫੋਨ ਕੀਤਾ। ਬਾਹਰ ਦੀ ਬਾਹਰ ਪੁਲਿਸ ਖੜੀ ਰਹੀ ਤੇ ਮੋੜ ਦਿੰਦੀ ਰਹੀ। ਤੁਹਾਡੇ ਜਿੱਥੇ ਤੁਸੀਂ ਰਹਿ ਰਹੀਆਂ ਸੀ ਉੱਥੇ ਕਿੰਨੀਆਂ ਹੋਰ ਪੰਜਾਬਣ ਕੁੜੀਆਂ ਸੀਗੀਆਂ? ਪੰਜਾਬਣ ਉੱਥੇ 2 ਕੁੜੀਆਂ ਸੀ ਹੋਰ, ਹੂੰ, ਬਾਕੀ ਮਤਲਬ ਕਿ ਅਲੱਗ-ਅਲੱਗ ਕੰਟਰੀ ਦੀਆਂ ਸੀ। ਤੇ ਉਹਨਾਂ ਕੁੜੀਆਂ ਦਾ ਵੀ ਹਾਲ ਉਹੀ ਸੀ ਜਿਹੜਾ ਤੁਹਾਡਾ ਸੀ? ਹਾਂਜੀ ਉਹ ਚਾਹੁੰਦੀਆਂ ਸੀ ਅਸੀਂ ਵਾਪਸ ਆ ਜਾਈਏ? ਹਾਂਜੀ, ਕਿਉਂਕਿ ਜਦੋਂ ਅਸੀਂ ਉੱਥੋਂ ਭੱਜੀਆਂ ਸਾਨੂੰ ਮਤਲਬ ਕਿ ਜੋ ਇੰਡੋਨੇਸ਼ੀਆ ਦੀਆਂ ਸੀਗੀਆਂ ਕੁੜੀਆਂ ਉਹ ਵੀ ਇਹੀ ਕਹਿ ਰਹੀਆਂ ਸੀ, ਸ਼੍ਰੀਲੰਕਾ ਦੀਆਂ ਆਪਣੇ ਪੰਜਾਬਣ ਵੀ, ਤੁਸੀਂ ਮਤਲਬ ਕਿ ਹਿੰਮਤ ਵਾਲੀਆਂ ਤੁਸੀਂ ਇੱਥੋਂ ਭੱਜੋ, ਬਾਹਰ ਜਾ ਕੇ ਤੁਸੀਂ ਪੁਲਿਸ ਦੇ ਨਾਲ ਕੰਟੈਕਟ ਕਰਕੇ ਹੋ ਸਕਦਾ ਇੱਥੋਂ ਸਾਰੀਆਂ ਕੁੜੀਆਂ ਨੂੰ ਹੀ ਕਢਵਾਇਓ। ਫਿਰ ਤੁਸੀਂ ਕੋਸ਼ਿਸ਼ ਕੀਤੀ ਕੋਈ? ਜੀ ਨਹੀਂ। ਕਿਉਂ? ਤੁਹਾਡੇ ਨਾਲ ਦੀਆਂ ਸਾਥਣਾਂ ਸੀ, ਤੁਹਾਡੇ ਵਰਗੀਆਂ ਹੀ ਭੈਣਾਂ ਉਹ ਸੀ, ਤੁਸੀਂ ਉਹਨਾਂ ਨੂੰ ਬਚਾਉਣ ਦੇ ਲਈ ਭਾਵੇਂ ਨਾ ਸਫਲ ਹੁੰਦੀਆਂ ਪਰ ਇੱਕ ਵਾਰੀ ਹੰਭਲਾ ਤਾਂ ਮਾਰਦੀਆਂ। ਜੇਕਰ ਪ੍ਰਵਾਸੀ ਭੈਣਾਂ ਵੀਰਾਂ ਨੇ ਤੁਹਾਨੂੰ ਬਚਾਉਣ ਦੇ ਲਈ, ਤੁਹਾਡੀ ਪੱਤ ਬਚਾਉਣ ਦੇ ਲਈ, ਤੁਹਾਨੂੰ ਵਾਪਸ ਆਪਣੇ ਨਗਰ ਖੇੜੇ ਭੇਜਣ ਦੇ ਲਈ ਕੋਲੋਂ ਪੈਸੇ ਲਾਏ, ਇਹਨਾਂ ਸਮਾਂ ਲਾਇਆ, ਤੁਸੀਂ ਵੀ ਤਾਂ ਉਹਨਾਂ ਦੇ ਲਈ ਮਾੜਾ ਮੋਟਾ ਕੁਝ ਨਾ ਕੁਝ ਕਰਨਾ ਸੀ ਨਾ? ਹਾਂਜੀ, ਕਿਉਂਕਿ ਸਾਨੂੰ ਜਿੱਦਾਂ ਮਤਲਬ ਕਿ ਪੁੱਛਿਆ ਗਿਆ ਸੀਗਾ ਜਦੋਂ ਅਸੀਂ ਕੰਟੈਕਟ ਕੀਤਾ ਸੀ ਹਰਨੇਕ ਵੀਰ ਜੀ ਉਹਨਾਂ ਨੇ ਸਾਨੂੰ ਪੁੱਛਿਆ ਸੀ ਉੱਥੇ ਹੋਰ ਵੀ ਕਿੰਨੀਆਂ ਕੁੜੀਆਂ ਸੀ, ਸਾਨੂੰ ਸਭ ਕੁਝ ਦੱਸਿਆ ਸੀ ਵੀ ਇਦਾਂ ਇਦਾਂ ਕਰਕੇ ਹੋਰ ਵੀ ਉੱਥੇ ਬਹੁਤ ਸਾਰੀਆਂ ਕੁੜੀਆਂ ਨੇ ਜੋ ਫਸੀਆਂ ਹੋਈਆਂ ਨੇ ਜੀ, ਉਹਨਾਂ ਨੇ ਦੱਸਿਆ ਸੀਗਾ ਬਟ ਸ਼ਾਇਦ ਉਦੋਂ ਬਾਅਦ ਚ ਕੋਈ ਕਾਰਵਾਈ ਨਹੀਂ ਹੋਈ। ਤੇ ਉਹ ਪੰਜਾਬਣਾਂ ਵੀ ਬਿਲਕੁਲ ਆਪਣੀ ਗੱਲ ਦੇ ਉੱਤੇ ਤੁਹਾਡੇ ਵਾਂਗੂ ਅੜੀਆਂ ਰਹੀਆਂ ਜਾਂ ਜਿੱਥੇ ਉਹ ਭੇਜਦੇ ਸੀ ਉਹ ਜਾ ਰਹੀਆਂ ਸੀ? ਨਹੀਂ, ਉਹ ਕਿ 2 ਸਾਲ ਉਹਨਾਂ ਨੂੰ ਮਤਲਬ ਕਿ 2 ਸਾਲ ਦਾ ਵੀਜ਼ਾ ਲੱਗਾ ਸੀ, ਉਹ ਚਲੇ ਜਾਂਦੀਆਂ ਸੀ। ਅੱਛਾ ਜੀ, ਤੁਸੀਂ ਇਹ ਮੰਨਦੇ ਹੋ ਵੀ ਇਹ ਸਾਰਾ ਕਾਰੋਬਾਰ ਬਹੁਤ ਵੱਡਾ ਇੱਕ ਨੈਟਵਰਕ ਹੈ, ਇਹ ਕਿਸੇ ਇੱਕ ਅੱਧੇ ਬੰਦੇ ਦੇ ਕਹਿਣ ਤੇ ਨਹੀਂ, ਇਹ ਬਹੁਤ ਸਾਰੇ ਲੋਕ ਇਹਦੇ ਵਿੱਚ ਜੁੜੇ ਹੋਏ ਨੇ? ਹਾਂਜੀ, ਕਿਉਂਕਿ ਉੱਥੇ ਬਹੁਤ ਸਾਰਾ ਸਟਾਫ ਸੀ, ਬਹੁਤ ਜਾਣੇ ਸੀਗੇ ਉੱਥੇ। ਅੱਛਾ, ਹਾਂਜੀ, ਤੇ ਸਾਰੇ ਦੇਹ ਵਪਾਰ ਨਾਲ ਜੁੜੇ ਹੋਏ ਆ? ਹਾਂਜੀ। ਕੀ ਉੱਥੇ ਕੁੜੀਆਂ ਤੋਂ ਇਲਾਵਾ ਮੁੰਡੇ ਵੀ ਸੀ? ਜੀ ਨਹੀਂ, ਇਕੱਲੀਆਂ ਕੁੜੀਆਂ ਸੀ। ਦੇਖੋ ਕਿੰਨੇ ਦੁੱਖ ਦੀ ਗੱਲ ਹੈ ਵੀ ਇਹ ਪਰਦੇ ਪਿਛਲੀ ਉਹ ਸੱਚਾਈ ਹੈ ਜੀ, ਜਿਹੜੀ ਆਮ ਤੌਰ ਦੇ ਉੱਤੇ ਪਤਾ ਨਹੀਂ ਲੱਗਦੀਗੀ, ਜਿਹਦੇ ਬਾਬਤ ਕੋਈ ਜਾਣਦਾ ਹੀ ਨਹੀਂਗਾ ਜਾਂ ਬਹੁਤ ਘੱਟ ਲੋਕ ਜਾਣਦੇ, ਤੇ ਜਿਹਦੇ ਬਾਬਤ ਜਾਣਨਾ ਸਭ ਨੂੰ ਜ਼ਰੂਰੀ ਹੈ। ਹਾਲਾਂਕਿ ਅਸੀਂ ਇਹ ਵੀ ਗੱਲ ਕਹਿੰਦੇ ਆ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਧੀਆਂ ਧਿਆਣੀਆਂ ਨੇ ਵੱਡੀ ਗਿਣਤੀ ਦੇ ਵਿੱਚ ਨਾਮਣਾ ਖੱਟਿਆ, ਉਹਨਾਂ ਨੇ ਆਪਣੀ ਇੱਜ਼ਤ, ਮਾਪਿਆਂ ਦੀ ਇੱਜ਼ਤ, ਉਹਦਾ ਵੀ ਖਿਆਲ ਕੀਤਾ, ਆਪਣਾ ਨਾਂ ਵੀ ਚਮਕਾਇਆ, ਆਪਣੇ ਮਾਪਿਆਂ ਦਾ ਨਾਂ ਵੀ ਚਮਕਾਇਆ। ਪਰ ਕਈ ਵਾਰ ਇਦਾਂ ਵੀ ਹੁੰਦਾ ਜਿਹੜਾ ਕੁਝ ਇਹਨਾਂ ਦੋਵਾਂ ਕੁੜੀਆਂ ਦੇ ਨਾਲ ਹੋਇਆ। ਜੀ, ਗੱਲ ਉੱਥੇ ਮੁੱਕਦੀ ਹੈ ਟਾਣਾ ਸਾਹਿਬ ਵੀ ਪੂਰੀ ਤਫਤੀਸ਼ ਤੋਂ ਬਾਅਦ ਚ, ਪੂਰੀ ਪੁੱਛ ਪੜਤਾਲ ਤੋਂ ਬਾਅਦ ਚ ਹੀ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਅਸੀਂ ਅਕਸਰ ਰਿਸ਼ਤੇਦਾਰੀ ਦੇ ਚੱਕਰ ਦੇ ਵਿੱਚ, ਚੰਗੇ ਭਵਿੱਖ ਦੇ ਚੱਕਰ ਦੇ ਵਿੱਚ ਕਈ ਵਾਰ ਗਲਤ ਫੈਸਲੇ ਲੈ ਲੈਂਦੇ ਆ ਜਿਹੜੇ ਸਾਨੂੰ ਬਾਅਦ ਵਿੱਚ ਸਮਝ ਆਉਂਦੇ ਆ ਵੀ ਆ ਨਹੀਂ ਹੋਣਾ ਚਾਹੀਦਾ ਸੀ। ਸੋ ਹੁਣ ਜਦੋਂ ਤੁਸੀਂ ਇਹ ਸਾਰਾ ਕੁਝ ਚਲੋ ਬੀਤ ਗਿਆ, ਉਸ ਤੋਂ ਬਾਅਦ ਵਿੱਚ ਹੁਣ ਅੱਗੇ ਆਪਣੀ ਜ਼ਿੰਦਗੀ ਨਵੀਂ ਸ਼ੁਰੂ ਕਰੋਗੇ, ਅਸੀਂ ਇਹ ਚਾਹੁੰਦੇ ਆ, ਤੇ ਜਿਹੜੀਆਂ ਬਾਕੀ ਕੁੜੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਦਿੰਦੇ ਹੋ ਵੀ ਕੀ ਕਰਨਾ ਚਾਹੀਦਾ? ਜੀ, ਮੈਂ ਸਭ ਤੋਂ ਪਹਿਲਾਂ ਤਾਂ ਜੋ ਵੀ ਮਤਲਬ ਕਿ ਇਸ ਚੈਨਲ ਤੇ ਦਰਸ਼ਕ ਬੈਠੇ ਦੇਖ ਰਹੇ ਨੇ ਸਾਰਿਆਂ ਨੂੰ ਮਤਲਬ ਕਿ ਇੱਕ ਰਿਕਵੈਸਟ ਕਰਨਾ ਚਾਹੂੰਗੀ, ਮੈਸੇਜ ਨਹੀਂ, ਇੱਕ ਰਿਕਵੈਸਟ ਹੈ ਮੇਰੀ ਹੱਥ ਜੋੜ ਕੇ ਕਿ ਮਤਲਬ ਕਿ ਇਸ ਤਰ੍ਹਾਂ ਕੁਆਰੀਆਂ ਧੀਆਂ ਨੂੰ ਨਾ ਭੇਜੋ, ਕਿਉਂਕਿ ਅਗਰ ਕੋਈ ਜਾਂਦਾ ਵੀ ਸਭ ਤੋਂ ਪਹਿਲਾਂ ਕੰਮ ਕਨਫਰਮ ਕਰੋ ਪੂਰਾ, ਮਤਲਬ ਕਿ ਆਪਣੇ ਨਾਲ ਜੋ ਵੀ ਹੈ ਕੰਮ ਕੀ ਹੈ, ਸੈਲਰੀ ਕੀ ਹੈ, ਚੰਗੀ ਤਰ੍ਹਾਂ ਕਨਫਰਮ ਕਰਕੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਟੂਰਿਸਟ ਵੀਜ਼ੇ ਤੇ ਨਾ ਜਾਓ, ਮਤਲਬ ਕਿ ਆਪਣਾ ਕੰਮ ਕਨਫਰਮ ਕਰਕੇ ਫਿਰ ਹੀ ਜਾਓ। ਪਹਿਲੀ ਗੱਲ ਤਾਂ ਮੇਰੀ ਇਹੀ ਬੇਨਤੀ ਹੈ ਕਿ ਲੜਕੀਆਂ ਨੂੰ ਮਤਲਬ ਕਿ ਕਿਸੇ ਵੀ ਕੰਟਰੀ 'ਚ ਜਾਣਾ ਨਹੀਂ ਚਾਹੀਦਾ, ਖਾਸ ਕਰਕੇ ਅਰਬ ਕੰਟਰੀਆਂ 'ਚ। ਤੇ ਹੁਣ ਤੁਸੀਂ ਕੀ ਕੰਮ ਕਰਦੇ ਹੋ ਇੱਥੇ ਆ ਕੇ? ਕੰਮਕਾਜ ਸ਼ੁਰੂ ਕੀਤਾ ਕਿ ਨਹੀਂ? ਹਾਂਜੀ, ਸ਼ੁਰੂ ਕੀਤਾ। ਕੀ ਕੰਮ ਕਰਦੇ ਹੋ ਹੁਣ? ਮੈਂ ਕੰਪਿਊਟਰ ਸ਼ਾਪ ਤੇ। ਤੁਹਾਡੇ ਪਰਿਵਾਰ ਦੀ ਆਰਥਿਕ ਹਾਲਤ ਕਿਹੋ ਜੀ ਹੈ? ਆਰਥਿਕ ਹਾਲਾਤ ਸਾਡੇ ਮਤਲਬ ਕਿ ਕਾਫੀ ਮਾੜੀ ਹੈ, ਕੋਈ ਮਤਲਬ ਕਿ ਖਾਸ ਵਜ੍ਹਾ ਨਹੀਂ ਹੈ ਕਿ ਜੋ ਕਿ ਮਤਲਬ ਕਿ ਸਾਡੀ ਫੈਮਿਲੀ ਨੂੰ ਸਪੋਰਟ ਕਰ ਸਕੇ। ਮੰਮੀ ਨੇ ਜੋ ਕੰਮ ਕਰਦੇ। ਮੰਮੀ ਜੀ ਕੀ ਕਰਦੇ ਨੇ? ਹਸਪੀਟਲ ਲੱਗੇ ਹੋਏ। ਕੀ ਕੰਮ ਕਰਦੇ ਨੇ ਹਸਪਤਾਲ 'ਚ? ਕਲੀਨਿੰਗ। ਅੱਛਾ, ਸਫਾਈ ਦਾ ਕੰਮ ਕਰਦੇ ਆ। ਹਾਂਜੀ। ਤੁਸੀਂ ਵੀ ਕੰਮਕਾਜ ਸ਼ੁਰੂ ਕਰਤਾ ਇੱਥੇ ਆ ਕੇ ਕਿ ਨਹੀਂ? ਨਹੀਂ, ਹਲੇ ਤਾਂ ਮੈਂ ਫ੍ਰੀ ਹਾਂ ਫਿਲਹਾਲ। ਚਲੋ ਤੁਸੀਂ ਇੱਥੇ ਆਪਦਾ ਨਿੱਠ ਕੇ ਕੰਮ ਕਰੋ ਤੇ ਜਿੰਨੀ ਵੀ ਤੁਹਾਡੇ ਵਿੱਚ ਕਾਬਲੀਅਤ ਆ ਤੁਸੀਂ ਉਹਦੇ ਮੁਤਾਬਕ ਸਫਲ ਹੋਵੋ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਜ਼ਿੰਦਗੀ ਦੇ ਵਿੱਚ ਹੁਣ ਹਸਰਤ ਹੈ ਕਿ ਨਹੀਂ ਵੀ ਵਿਦੇਸ਼ ਦੇ ਵੱਲ ਜਾਣਾ? ਜੀ ਨਹੀਂ। ਕਿਸੇ ਵੀ ਦੇਸ਼ ਦੇ ਵੱਲ ਨਹੀਂ ਜਾਣਾ ਹੁਣ? ਜੀ ਨਹੀਂ। ਜਹਾਜ਼ ਨੂੰ ਵੇਖਣ ਤੋਂ ਡਰ ਲੱਗਦਾ ਹੁਣ? ਜੀ ਨਹੀਂ, ਮੈਂ ਸਮਝ ਸਕਦਾ। ਹਾਂਜੀ, ਕਿਉਂਕਿ ਪਹਿਲਾਂ ਬੰਦੇ ਦੀ ਇੱਛਾ ਹੁੰਦੀ ਆ ਕਿ ਮੈਂ ਜਹਾਜ਼ ਫੜਾਂ, ਮੈਂ ਜਹਾਜ਼ ਦੀ ਸੀਟ ਤੇ ਬੈਠਾਂ, ਮੈਂ ਵੱਖਰੀ ਧਰਤੀ ਦੇ ਉੱਤੇ ਜਾ ਕੇ ਕੰਮ ਕਰਾਂ। ਪਰ ਜਦੋਂ ਮਾੜਾ ਤਜਰਬਾ ਹੋ ਜਾਂਦਾ ਬੰਦਾ ਉਸ ਚੀਜ਼ ਨੂੰ ਵੇਖ ਕੇ ਡਰਦਾ। ਬਿਲਕੁਲ ਸਕਰੀਨ ਦੇ ਉੱਤੇ, ਪਰਦੇ ਦੇ ਉੱਤੇ ਦੇਖ ਕੇ ਵੀ ਡਰਦਾ। ਜੀ, ਬਿਲਕੁਲ ਸਹੀ।
ਪਰ ਮੈਂ ਟਾਣਾ ਸਾਹਿਬ ਪੂਰੀ ਤਰ੍ਹਾਂ ਨਾਲ ਸੱਚੀ ਹਿੱਲ ਗਈ ਹਾਂ ਇਹਨਾਂ ਦੀ ਗੱਲਬਾਤ ਸੁਣ ਕੇ, ਔਰ ਇੱਕ ਤਰੀਕੇ ਨਾਲ ਇਹ ਇਹਨਾਂ ਦੀ ਹਿੰਮਤ ਦੀ ਵੀ ਦਾਤ ਦੇਣੀ ਬਣਦੀ ਹੈ ਕਿ ਇਹ ਉੱਥੋਂ ਭੱਜ ਆਈਆਂ, ਇਹਨਾਂ ਨੇ ਆਪਣੀ ਇੱਜ਼ਤ ਦੀ ਰਾਖੀ ਆਪ ਕੀਤੀ ਹੈ, ਇਹ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋਈਆਂ। ਪਰ ਮੈਂ ਇਹ ਸੋਚ ਕੇ ਜ਼ਰੂਰ ਪਰੇਸ਼ਾਨ ਆ ਕਿ ਬਾਕੀ ਜਿਹੜੀਆਂ ਕੁੜੀਆਂ ਉੱਥੇ ਫਸੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਕੀ ਬੀਤ ਰਹੀ ਹੋਏਗੀ, ਤੇ ਹੋਰ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਕੁੜੀਆਂ ਫਸਣਗੀਆਂ ਉੱਥੇ ਜਾ ਕੇ। ਬਿਲਕੁਲ ਸਹੀ ਗੱਲ ਹੈ। ਪਰ ਅਸੀਂ ਨਾ ਕਈ ਵਾਰ ਇਹ ਵੀ ਸੁਣਿਆ ਕਿ ਉੱਥੇ ਹੋਟਲ ਉਦਯੋਗ ਆ ਜਿਹੜਾ, ਰੈਸਟੋਰੈਂਟ ਉਦਯੋਗ ਆ ਜਿਹੜਾ, ਉਹਦੇ ਵਿੱਚ ਪੰਜਾਬਣ ਜਾਂ ਹੋਰ ਦੇਸ਼ਾਂ ਦੀਆਂ ਕੁੜੀਆਂ ਨੂੰ ਜ਼ਬਰਦਸਤੀ ਧੱਕ ਦਿੱਤਾ ਜਾਂਦਾ। ਤੁਸੀਂ ਇਹਦੇ ਬਾਬਤ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸਣਾ ਹੋਵੇ ਵੀ ਗੱਲ ਸਹੀ ਆ ਜਾਂ ਗਲਤ ਹੈ, ਕਿਉਂਕਿ ਮੇਰੇ ਵੀ ਕਈ ਲੋਕ ਸੰਪਰਕ ਦੇ ਵਿੱਚ ਇਹੋ ਜਿਹੇ ਆ ਜਿਨ੍ਹਾਂ ਨੇ ਇਹ ਗੱਲ ਦੱਸੀ ਆ ਕਿ ਸਾਡੇ ਮੁਹੱਲੇ ਦੇ ਵਿੱਚ, ਸਾਡੇ ਪਿੰਡ ਦੇ ਵਿੱਚੋਂ ਇੱਕ ਕੁੜੀ ਦੁਬਈ ਜਾਂ ਹੋਰ ਵੱਖ-ਵੱਖ ਥਾਵਾਂ ਤੇ ਗਈਆਂ, ਉਹਨਾਂ ਨੂੰ ਇਸ ਕੰਮ ਦੇ ਵਿੱਚ ਪਾ ਦਿੱਤਾ ਗਿਆ। ਇਹਦੇ ਵਿੱਚ ਕਿੰਨੀ ਕੁ ਸੱਚਾਈ ਮੰਨਦੇ ਹੋ? ਜੀ, ਜੋ ਕਿ ਮਤਲਬ ਕਿ ਜੋ ਇਹ ਸੱਚਾਈ ਹੈ 100% ਸੱਚ ਹੈ, ਕਿਉਂਕਿ ਜੋ ਵੀ ਉੱਥੇ ਕੁੜੀਆਂ ਨੇ ਉਹਨਾਂ ਨੂੰ ਮਤਲਬ ਕਿ ਜਾਂ ਕਿਸੇ ਰੈਸਟੋਰੈਂਟ ਦੇ ਕੰਮ ਵਿੱਚ ਭੇਜਿਆ ਜਾਂਦਾ ਹੈ, ਮਤਲਬ ਕਿ ਕੰਮ ਨਹੀਂ ਕਲੀਅਰ ਕੀਤਾ ਜਾਂਦਾ ਕਿ ਕੰਮ ਕੀ ਹੈ, ਬਟ ਜੋ ਵੀ ਕੰਮ ਹੈ ਉਹ ਮਤਲਬ ਕਿ ਜੇ ਮੇਰੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਉਹ ਗਲਤ ਹੀ ਕੰਮ ਕਰਨ ਵਾਸਤੇ ਭੇਜਦੇ ਨੇ ਜੀ। ਬਾਕੀ ਜਿੱਦਾਂ ਉੱਥੇ ਮਤਲਬ ਕਿ ਸ਼ੇਖ ਨੇ ਸਭ, ਉੱਥੇ ਉਹਨਾਂ ਦੀ ਫੈਮਿਲੀ ਦੇ ਵਿੱਚ ਵੀ ਮਤਲਬ ਕਿ ਜੋ ਕਿ ਲੜਕੀਆਂ ਮਤਲਬ ਕਿ ਸੇਫ ਨਹੀਂ ਹੈ, ਜੋ ਕੰਮ ਚਾਹੇ ਘਰ ਲਈ ਜਾਂਦੀਆਂ ਨੇ ਚਾਹੇ ਜਾਂ ਹੋਰ ਕੰਮ ਕਰ ਲਈ ਜਾਂਦੀਆਂ, ਬਟ ਉੱਥੇ ਕਿਉਂਕਿ ਜਿਸ ਤਰ੍ਹਾਂ ਸਾਰੇ ਮਤਲਬ ਕਿ ਸ਼ੇਖ ਹੀ ਨੇ, ਉਹ ਸੇਫ ਨਹੀਂ ਆ ਉੱਧਰ ਲੜਕੀਆਂ ਜਾ ਕੇ। ਅੱਛਾ ਜੀ, ਮਤਲਬ ਕਹਿਣ ਦਾ ਇਹ ਹੈ ਕਿ ਤਸਵੀਰ ਦੇ ਦੋਵੇਂ ਪਾਸੇ ਜਿਹੜੇ ਉਹ ਦੇਖਣੇ ਚਾਹੀਦੇ ਆ ਜੀ। ਆਮ ਤੌਰ ਦੇ ਉੱਤੇ ਅਸੀਂ ਸਿਰਫ ਇੱਕੋ ਪਾਸਾ ਦੇਖਦੇ ਹਾਂ ਜੀ, ਪਰ ਸਾਨੂੰ ਪਰਦੇ ਪਿਛਲੇ ਹਾਲਾਤ ਵੀ ਜਾਣਨ ਦੀ ਜਿਗਿਆਸਾ ਹੋਣੀ ਚਾਹੀਦੀ ਹੈ ਵੀ ਇਉਂ ਵੀ ਹੋ ਸਕਦਾ। ਉਹਦੇ ਲਈ ਤੁਸੀਂ ਦਿਮਾਗੀ ਤੌਰ ਦੇ ਉੱਤੇ ਤਿਆਰ ਰਹੋ। ਮਤਲਬ ਕਿ ਕਹਿ ਕੇ ਆਪਾਂ ਨੂੰ ਕਈ ਵਾਰ ਇਹ ਹੁੰਦਾ ਕਿ ਆਪਾਂ ਮਤਲਬ ਕਿ ਲੜਕੀਆਂ ਦੇਖਦੀਆਂ ਨੇ ਜਾਂ ਆਪਣੀ ਫੈਮਿਲੀ ਵੱਲ ਦੇਖਦੇ ਨੇ ਕਿ ਅਸੀਂ ਆਪਣੀ ਬੱਚੀ ਨੂੰ ਚਲੋ ਜੇ ਮਤਲਬ ਕਿ ਘੱਟ ਪੜ੍ਹੀ ਲਿਖੀ ਹੈ ਜਾਂ ਜੇ ਕੁਝ ਹੋਰ ਨਹੀਂ ਕਰ ਸਕਦੀ, ਆਪਾਂ ਮਤਲਬ ਕਿ ਉਧਰ ਇਹਨਾਂ ਨੂੰ ਕਿਸੇ ਫੈਮਿਲੀ ਦੇ ਵਿੱਚ ਘਰ ਦੇ ਕੰਮ ਵਾਸਤੇ ਭੇਜ ਦਿੰਨੇ ਆ। ਬਟ ਮੇਰੀ ਤੇ ਇਹੀ ਰਿਕਵੈਸਟ ਹੈ ਕਿ ਉਧਰ ਜਾ ਕੇ ਜਿਸ ਤਰ੍ਹਾਂ ਮੈਂ ਉੱਥੋਂ ਦੇ ਹਾਲਾਤ ਦੇਖੇ, ਲੜਕੀਆਂ ਦੇ ਹਾਲਾਤ ਦੇਖੇ, ਜਿਹੋ ਜੀ ਮੈਂ ਹਾਲਾਤਾਂ ਦੀ ਮਤਲਬ ਕਿ ਸਾਹਮਣਾ ਕਰਕੇ ਆਈ ਆ, ਮੇਰੇ ਮਤਲਬ ਕਿ ਇੱਕ ਰਿਕਵੈਸਟ ਹੈ ਕਿ ਜੋ ਮਤਲਬ ਕਿ ਇੱਧਰੋਂ ਆਪਣੇ ਪੰਜਾਬੀ ਲੜਕੀਆਂ ਜਾਂਦੀਆਂ ਨੇ ਘਰਾਂ ਦਾ ਕੰਮ, ਬਟ ਉਧਰ ਘਰਾਂ ਦਾ ਕੰਮ ਵੀ ਸੇਫ ਨਹੀਂ ਹੈ, ਕਿਉਂਕਿ ਜੋ ਉਧਰ ਦੇ ਸ਼ੇਖ ਨੇ ਅਗਰ ਆਪਾਂ ਉਹਨਾਂ ਦੀ ਕਿਸੇ ਫੈਮਿਲੀ ਦੇ ਵਿੱਚ ਕੰਮ ਕਰਦੇ ਵੀ ਆ ਤੇ ਬਟ ਉਧਰ ਉਹਨਾਂ ਦੇ ਨਾਲ ਜ਼ਬਰਦਸਤੀ ਕਰਦੇ ਨੇ। ਅੱਛਾ ਜੀ, ਤੇ ਵੱਡੀ ਗਿਣਤੀ ਦੇ ਵਿੱਚ ਕੁੜੀਆਂ ਇਸ ਗੱਲ ਦੇ ਬਾਬਤ ਆਪਣੇ ਮਾਪਿਆਂ ਦੇ ਕੋਲੇ ਵੀ ਨਹੀਂ ਜਾਣਕਾਰੀ ਸਾਂਝੀ ਕਰਦੀਆਂ? ਜੀ ਨਹੀਂ, ਕਈ ਮਤਲਬ ਕਿ ਲੜਕੀਆਂ ਹੁੰਦੀਆਂ ਨੇ ਜੋ ਚਲੋ ਦੱਸ ਦਿੰਦੀਆਂ, ਜੋ ਮਤਲਬ ਕਿ ਜਿਨ੍ਹਾਂ ਨੂੰ ਹੁੰਦਾ ਹੈ ਕਿ ਹਾਂ ਮੇਰੀ ਇੱਜ਼ਤ ਹੈ, ਮੇਰੀ ਫੈਮਿਲੀ ਦੀ ਇੱਜ਼ਤ ਹੈ, ਉਹ ਲੜਕੀਆਂ ਦੱਸਦੀਆਂ ਨੇ। ਬਟ ਕਈ ਲੜਕੀਆਂ ਇਹੋ ਹੀ ਮਤਲਬ ਕਿ ਸਭ ਕੁਝ ਪਿੱਛੇ ਦਾ ਭੁੱਲ ਜਾਂਦੀਆਂ ਨੇ ਕਿ ਸਾਨੂੰ ਮਤਲਬ ਕਿ ਜਿਹਨੇ ਪਾਲਿਆ ਪੋਸਿਆ ਜੰਮਿਆ ਸਭ ਕੁਝ ਭੁੱਲ ਕੇ ਸਿਰਫ ਉਹਨਾਂ ਨੂੰ ਇੱਕੋ ਹੀ ਚੀਜ਼ ਦੱਸਦੀ, ਸਿਰਫ ਪੈਸਾ। ਉਹ ਸਭ ਕੁਝ ਪਿੱਛੇ ਭੁੱਲ ਜਾਂਦੀਆਂ ਨੇ ਤੇ ਗਲਤ ਰਾਸਤੇ ਤੇ ਚੱਲਣਾ ਸ਼ੁਰੂ ਕਰਦੀਆਂ ਨੇ। ਭੈਣ ਜੀ ਗੱਲ ਇਹ ਹੈ ਕਿ ਅਸੀਂ ਤੁਹਾਡੀ ਤੰਦਰੁਸਤੀ, ਅਸੀਂ ਤੁਹਾਡੀ ਇੱਜ਼ਤ ਦਾ ਸਭ ਦਾ ਸਤਿਕਾਰ ਵੀ ਕਰਦੇ ਤੇ ਕਾਮਨਾ ਕਰਦੇ ਕਿ ਤੁਸੀਂ ਕਾਮਯਾਬ ਹੋਵੋ, ਪਰ ਜੋ ਕੋਈ ਤੁਸੀਂ ਸਾਂਝਾ ਕੀਤਾ ਆਪਣੀ ਮਰਜ਼ੀ ਦੇ ਮੁਤਾਬਕ ਆ ਕੇ ਇੱਥੇ, ਅਸੀਂ ਉਹਦਾ ਦਿਲੀ ਤੌਰ ਦੇ ਉੱਤੇ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਭਵਿੱਖ ਦੇ ਵਿੱਚ ਕਦੇ ਵੀ ਕੋਈ ਕੌੜਾ ਤਜਰਬਾ ਨਾ ਹੋਵੇ ਤੇ ਤੁਹਾਡੇ ਹੋਏ ਕੌੜੇ ਤਜਰਬੇ ਤੋਂ ਸਾਡੇ ਪੰਜਾਬੀ ਭੈਣਾਂ ਵੀਰ ਜ਼ਰੂਰ ਸਿੱਖਣ, ਜਿਹੜੇ ਕਿ ਵਿਦੇਸ਼ਾਂ ਦੇ ਵੱਲ, ਖਾਸ ਕਰਕੇ ਖਾੜੀ ਦੇਸ਼ਾਂ ਦੇ ਵੱਲ ਆਪਣੇ ਧੀਆਂ ਪੁੱਤਾਂ ਨੂੰ ਭੇਜਦੇ ਆ, ਕਿ ਇਉਂ ਵੀ ਹੋ ਸਕਦਾ। ਇਹ ਜ਼ਰੂਰੀ ਨਹੀਂ ਹਰਮਨ ਜੀ ਕਿ ਸਭ ਦੇ ਨਾਲ ਹੀ ਇਉਂ ਹੁੰਦਾ ਹੋਵੇ, ਪਰ ਹੋ ਸਕਦਾ। ਇਹਦੇ ਲਈ ਵੀ ਤੁਹਾਨੂੰ ਅੰਦਰੂਨੀ ਤੌਰ ਦੇ ਉੱਤੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਜੀ, ਪੂਰੀ ਪੁੱਛ ਪੜਤਾਲ ਕਰਕੇ ਫਿਰ ਕੋਈ ਕਦਮ ਚੁੱਕੋ। ਤੇ ਇੱਕ ਚੀਜ਼ ਹੋਰ ਇੱਥੇ ਆਪਾਂ ਜ਼ਰੂਰ ਦੱਸ ਦਈਏ ਵੀ ਆਪਾਂ ਅਕਸਰ ਜਦੋਂ ਬੱਚੇ ਨੇ ਬਾਹਰ ਜਾਣਾ ਹੁੰਦਾ ਤਾਂ ਚੋਰੀ ਛੁਪੇ ਜਾ ਕੇ ਤੇ ਘਰੇ ਪੈਸੇ ਫੜਾ ਆਉਂਦੇ ਆ ਕਿਸੇ ਏਜੰਟ ਨੂੰ ਜਾਂ ਕਿਸੇ ਹੋਰ ਬੰਦੇ ਨੂੰ। ਕਦੇ ਵੀ ਇਸ ਤਰੀਕੇ ਦੇ ਨਾਲ ਕਿਸੇ ਨੂੰ ਪੈਸਾ ਵੀ ਨਾ ਫੜਾਓ, ਕਿਉਂਕਿ ਤੁਹਾਡੇ ਕੋਲ ਕੋਈ ਸਬੂਤ ਨਹੀਂ ਰਹਿ ਜਾਂਦਾ। ਅਗਲੀ ਗੱਲ ਇਹ ਆ ਕਿ ਜੇਕਰ ਤੁਸੀਂ ਟੂਰਿਸਟ ਵੀਜ਼ੇ ਤੇ ਜਾ ਕੇ ਤੇ ਕੰਮ ਕਰਦੇ ਆ ਤੇ ਪਹਿਲਾਂ ਜਦੋਂ ਤੁਸੀਂ ਆਪ ਹੀ ਗਲਤ ਹੋ ਗਏ, ਟੂਰਿਸਟ ਵੀਜ਼ੇ ਤੇ ਘੁੰਮਣ ਫਿਰਨ ਗਏ ਆ ਤੇ ਕੰਮ ਲੱਭਦੇ ਆ, ਤੇ ਫਿਰ ਜਿਹਨੇ ਕੰਮ ਦੇਣਾ ਤੇ ਉਹ ਕਈ ਵਾਰ ਤੁਹਾਨੂੰ ਤੁਹਾਡੀ ਮਿਹਨਤ ਨਹੀਂ ਪੂਰੀ ਦਿੰਦਾ ਤੇ ਕਈ ਵਾਰ ਤੁਹਾਡੀ ਉਹ ਇੱਜ਼ਤ ਦਾ ਜਿਹੜਾ ਉਹਦਾ ਨਿਲਾਮ ਕਰਦਾ ਉਹਨੂੰ। ਇਹੋ ਜਿਹੀਆਂ ਖਬਰਾਂ ਆਉਂਦੀਆਂ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੂਰੋਂ ਚੱਲ ਕੇ ਆਏ ਹੋ ਸਾਡੇ ਕੋਲੇ, ਦਿਲੀ ਤੌਰ ਤੇ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ ਜੀ। ਫਿਲਹਾਲ ਪ੍ਰੋਗਰਾਮ ਨੂੰ ਸਮੇਟਦੇ ਆ, ਸਾਡੇ ਜਾਣ ਦਾ ਹੋ ਗਿਆ ਵੇਲਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਮਨ ਥਿੰਦ ਤੇ ਅੱਜ ਤੁਹਾਡੇ ਸਾਰਿਆਂ ਦੇ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਨ ਲਈ ਆਈ ਹਾਂ। ਆਪਣੇ ਪਰਿਵਾਰ ਦੇ ਜੀ 10 ਲੱਖ ਹੋ ਗਏ ਨੇ, ਯਾਨੀ ਕਿ ਪ੍ਰਾਈਮ ਏਸ਼ੀਆ ਟੀਵੀ ਦੇ ਸਬਸਕ੍ਰਾਈਬਰਸ 1 ਮਿਲੀਅਨ ਹੋ ਗਏ ਨੇ YouTube ਤੇ ਇਹਦੇ ਪਿੱਛੇ ਸਿਰਫ ਤੇ ਸਿਰਫ ਤੁਹਾਡਾ ਪਿਆਰ ਹੀ ਇੱਕ ਕਾਰਨ ਹੈ। ਤੁਸੀਂ ਪ੍ਰਾਈਮ ਏਸ਼ੀਆ ਟੀਵੀ ਨੂੰ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ,
ਤੇ ਅਸੀਂ ਵੀ ਸਾਰਿਆਂ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਹੱਕ ਦੇ ਨਾਲ, ਸੱਚ ਦੇ ਨਾਲ ਖੜੀਏ ਤੇ ਤੁਸੀਂ ਵੀ ਸਾਨੂੰ ਕਦੇ ਡਿੱਗਣ ਨਹੀਂ ਦਿੱਤਾ, ਕਦੇ ਡੋਲਣ ਨਹੀਂ ਦਿੱਤਾ। ਇਹ ਸਫ਼ਰ ਹੋਰ ਬਹੁਤ ਲੰਮਾ ਹੋਏ, ਆਪਣਾ ਪਿਆਰ ਹੋਰ ਬਹੁਤ ਡੂੰਘਾ ਹੋਏ, ਇਸ ਚੀਜ਼ ਦੀ ਮੈਂ ਆਸ ਕਰਦੀ ਹਾਂ। ਸੋ ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।